ਧੰਨ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਵਿਚੋਂ ਜਾਏ। ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ, ਰਾਜਾਨ ਰਾਜ, ਭਾਨਾਨ ਭਾਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਕਾਰਤੀ ਨੋਵਾ ਬੈਰਗਮੋ ਵਿਖੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਉਸ ਸਮੇਂ ਸਾਨੂੰ ਤਿੰਨ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਪਹਿਲੀ ਚੀਜ਼ ਹੈ ਕਿ ਸ਼ਬਦ ਦੇ ਨਾਲ ਜੁੜਨਾ, ਜਿਸ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਆਪਣੇ ਜਾਮੇ ਦੇ ਵਿੱਚ ਕਹਿ ਕੇ ਗਏ ਸਨ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਇਸੇ ਨੂੰ ਫਿਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1708 ਈਸਵੀ ਦੇ ਵਿੱਚ ਇਸੇ ਨੂੰ ਮਹਾਰਾਜ ਨੇ ਦੁਹਰਾਇਆ ਸੀ। ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਮਹਿ ਲਿਹ। ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੈ, ਉਹਨਾਂ ਨੂੰ ਹਦਾਇਤ ਹੈ ਕਿ ਤੁਹਾਨੂੰ ਸਾਰਾ ਕੁਝ ਜੋ ਕੁਝ ਵੀ ਹੈ ਉਹ ਸ਼ਬਦ 'ਚੋਂ ਮਿਲੇਗਾ। ਦੂਸਰਾ, ਸਾਨੂੰ ਮਿਲਦੀ ਹੈ ਇੱਥੇ ਸੰਗਤ, ਜਿਹਨੂੰ ਮਹਾਰਾਜ ਕਹਿੰਦੇ ਹੈ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ। ਸੰਗਤ ਦੀ ਪਹਿਲਾਂ ਪਰਿਭਾਸ਼ਾ, ਫਿਰ ਮਹਾਰਾਜ ਸੰਗਤ ਦੀ ਸਿਫਤ ਕਰਦੇ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਉਸ ਨੂੰ ਧਿਆਨ ਦਿਓ, ਦੋ ਚੀਜ਼ਾਂ, ਪਹਿਲੀ ਚੀਜ਼ ਸ਼ਬਦ ਹੋ ਗਿਆ, ਦੂਜੀ ਸੰਗਤ ਹੋ ਗਈ, ਅਤੇ ਤੀਸਰਾ ਜਿਹੜਾ ਸਾਡੀ ਝੋਲੀ ਵਿੱਚ ਮਹਾਰਾਜ ਪਾਉਂਦੇ ਆ, ਉਹ ਪਾਉਂਦੇ ਹੈ ਸੇਵਾ। ਹੁਣ ਅਸੀਂ ਆਪਣੇ ਆਲੇ ਦੁਆਲੇ ਦੇਖੀਏ, ਕੁਦਰਤ ਜਿਹੜੀ ਹੈ ਨਾ, ਉਹ ਆਪਣੇ ਆਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੇਵਾ ਕਰ ਰਹੀ ਹੈ। ਮੈਂ ਤੁਹਾਨੂੰ ਦੋ ਕੁ ਉਦਾਹਰਨਾਂ ਦਿਆਂ। ਬਾਹਰ ਅਸੀਂ ਬਨਸਪਤੀ ਦੇਖਦੇ ਹਾਂ, ਬਨਸਪਤੀ ਨੂੰ ਜਾਨਵਰ ਖਾਂਦੇ ਆ, ਅਤੇ ਬਨਸਪਤੀ ਜਿਹੜੀ ਹੈ ਉਹ ਜਾਨਵਰਾਂ ਦੀ ਸੇਵਾ ਕਰਦੀ ਹੈ, ਉਹਨਾਂ ਵਾਸਤੇ ਆਹਾਰ ਬਣੀ ਹੋਈ ਹੈ। ਹੁਣ ਜਾਨਵਰਾਂ ਤੋਂ ਸਾਨੂੰ ਦੁੱਧ ਦੀ ਪ੍ਰਾਪਤੀ ਹੁੰਦੀ ਹੈ, ਉਹ ਸਾਨੂੰ ਇਹ ਸੇਵਾ ਦੇ ਰੂਪ ਸਾਨੂੰ ਇਹ ਦੇ ਰਹੇ। ਉਸ ਤੋਂ ਬਾਅਦ ਹੋਰ ਤੁਸੀਂ ਉਦਾਹਰਨ ਅੱਗੇ ਦੇਖੋ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ 3 ਸਿਧਾਂਤ ਪੜ੍ਹਦੇ ਹਾਂ, ਕਿਰਤ ਕਰੋ, ਨਾਮ ਜਪੋ ਤੇ ਵੰਡ। ਉਹ ਜਿਹੜਾ ਵੰਡ ਕੇ ਛਕਣਾ ਹੈ ਉਹ ਸੇਵਾ ਦਾ ਬੀਜ ਹੈ। ਵੰਡ ਕੇ ਛਕਣਾ ਜਿਹੜਾ
ਉਹ ਸੇਵਾ ਦਾ ਕੀ ਹੈ? ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਜਿਹੜਾ ਵੰਡ ਛਕਣਾ ਨਾ ਉਹ ਸੇਵਾ ਦਾ ਬੀਜ ਹੈ, ਕਿਉਂਕਿ ਵੰਡ ਕੇ ਉਹੀ ਛਕ ਸਕਦਾ ਜਿਹਦੇ ਅੰਦਰ ਸੇਵਾ ਕਰਨ ਦਾ ਜਜ਼ਬਾ ਹੋਵੇ ਜਾਂ ਉਹ ਸੇਵਾ ਦੇ ਸਿਧਾਂਤ ਨਾਲ ਜੁੜਿਆ ਹੋਵੇ। ਕਿਉਂਕਿ ਅੱਜ ਦਾ ਜੋ ਦਾਸ ਦਾ ਪ੍ਰਕਰਨ ਹੈ ਉਹ ਸੇਵਾ ਦੇ ਨਾਲ ਹੈ। ਔਰ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ, ਅੱਜ ਆਪਾਂ ਭਗਤ ਪੂਰਨ ਸਿੰਘ ਜੀ ਪਿੰਗਲਵਾੜਿਆਂ ਵਾਲਿਆਂ ਦਾ ਜੀਵਨ, ਕਿਉਂਕਿ ਉਹਨਾਂ ਦਾ ਜੀਵਨ ਸੇਵਾ ਚੋਂ ਨਿਕਲਿਆ, ਉਹਨਾਂ ਦਾ ਆਚਰਣ ਜਿਹੜਾ ਕਰੈਕਟਰ ਜਿਹਨੂੰ ਆਪਾਂ ਕਹਿ ਲਈਏ ਉਹ ਸੇਵਾ ਦੇ ਵਿੱਚੋਂ ਨਿਕਲਿਆ ਵਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਪੜ੍ਹਦੇ ਹੋ, ਸੇਵ ਕੀਤੀ ਸੰਤੋਖੀ। ਪਹਿਲੀ ਗੱਲ, ਸੇਵਾ ਕਰਨ ਦੇ ਨਾਲ ਤੇਰੇ ਅੰਦਰ ਸੰਤੋਖ ਆਵੇਗਾ। ਸੰਤੋਖ ਦੇ ਮੈਂ ਅੱਖਰੀ ਅਰਥ ਕਰਦੇ ਹਾਂ। ਅਸੀਂ ਸੰਤੋਖ ਦੇ ਸਿਰਫ ਅਰਥ ਕੀਤੇ ਹੈ ਕਿ ਮੈਂ ਨਾ ਦੁਨੀਆ ਦੇ ਪਦਾਰਥਾਂ ਤੋਂ ਸੰਤੋਖਿਆ ਗਿਆ। ਇਹੋ ਕਹਿੰਦੇ ਨਾ ਮੈਨੂੰ ਪੈਸੇ ਦੀ ਭੁੱਖ ਨਹੀਂ, ਮੇਰਾ ਅੰਦਰ ਰੱਜ ਗਿਆ। ਨਹੀਂ, ਇਹ ਸੰਤੋਖ ਨਹੀਂ ਹੈਗਾ। ਜਿਹੜੀ ਆਹ ਗੱਲ ਕਹਿਣੀ ਹੈ ਨਾ ਕਿ ਮੈਂ ਦੁਨੀਆ ਦੇ ਪਦਾਰਥਾਂ ਤੋਂ ਸੰਤੋਖਿਆ ਗਿਆ, ਰੱਜ ਗਿਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਅੰਦਰ ਲੇਸ਼ ਮਾਤਰ ਹਉਮੈ ਜਿਹੜੀ ਆ ਉਹ ਬੋਲ ਰਹੀ ਹੈ। ਸੰਤੋਖ ਦੇ ਅਰਥ ਇਹ ਨਹੀਂ, ਇਹ ਵੀ ਚਲੋ ਹੈ ਕਿ ਪੈਸੇ ਨਾਲ ਰੱਜ ਗਿਆ, ਇਹ ਹੋ ਗਿਆ, ਇਹ ਵੀ ਅਸੀਂ ਕਹਿ ਦਿੰਦੇ ਹਾਂ। ਲੇਕਿਨ ਮਹਾਰਾਜ ਕਹਿੰਦੇ ਆ ਬਿਨਾ ਸੰਤੋਖ ਨਹੀਂ ਕਹੋ, ਬਿਨਾ ਸੰਤੋਖ ਨਹੀਂ ਕਹੋ। ਇਸ ਰਾਜੇ ਦੇ ਅਰਥ ਕੀ ਹੈ? ਚਲੋ ਆਪਾਂ ਕਥਾ ਇੱਕ ਦੂਜੇ ਨਾਲ ਰਲਾ ਮਿਲਾ ਕੇ ਕਰਨੀ ਹੈ। ਰਾਜੇ ਦੇ ਅਰਥ ਕੀ ਹੈ? ਇੱਥੇ ਸ਼ਬਦ ਰਾਜੇ ਨਹੀਂ ਹੈ, ਇੱਥੇ ਸ਼ਬਦ ਹੈ ਰਾਜੇ, ਜਿਹਨੂੰ ਕਹਿੰਦੇ ਆ ਰੱਜਿਆ ਹੋਇਆ, ਜਿਹਨੂੰ ਕਹਿੰਦੇ ਆ। ਇਹ ਵੀ ਮਹਾਰਾਜ ਕਹਿੰਦੇ ਆ ਕਿ ਸੰਤੋਖ ਤੋਂ ਬਿਨਾਂ ਰੱਜ ਨਹੀਂ ਆ ਸਕਦਾ। ਲੇਕਿਨ ਅੱਗੇ ਚਲੀਏ ਹੋਰ ਆਪਾਂ। ਸੰਤੋਖ ਸਾਧ ਸੰਗਤ ਜੀ ਇਕੱਲਾ ਪਦਾਰਥਾਂ ਦਾ ਨਹੀਂ ਹੈ। ਸੰਤੋਖ ਤੇਰੀ ਅੱਜ ਜ਼ੁਬਾਨ ਦਾ ਸੰਤੋਖ, ਨੰਬਰ 1। ਸੰਤੋਖ ਤੇਰੀਆਂ ਅੱਖਾਂ ਦਾ ਸੰਤੋਖ, ਮੈਂ ਬੁਰਾ ਨਾ ਦੇਖਾਂ। ਸੰਤੋਖ ਤੇਰੇ ਕੰਨਾਂ ਦਾ ਸੰਤੋਖ ਹੈ, ਮੈਂ ਬੁਰਾ ਨਾ ਸੁਣਾ। ਆਹ 3 ਸੰਤੋਖ ਜੇਕਰ ਸਾਡੇ ਅੰਦਰ ਆ ਗਏ ਨਾ, ਫਿਰ ਅਸੀਂ ਕਵਾਂਗੇ ਵੀ ਅਸੀਂ ਰੱਜੇ ਹੋਏ। ਜਿਹਨੂੰ ਮਹਾਰਾਜ ਅੱਖਾਂ ਦੇ ਸੰਤੋਖ ਨੂੰ ਮਹਾਰਾਜ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ। ਪਰਮਾਤਮਾ ਤੋਂ ਬਗੈਰ ਕਿਸੇ ਵਿੱਚੋਂ ਕਹਿੰਦੇ ਕੁਛ ਹੋਰ ਨਾ ਦੇਖ। ਆਮ ਤੌਰ ਤੇ, ਮਾਫ ਕਰਨਾ ਜਿਹੜੀ ਗੱਲ ਕਹਿਣ ਲੱਗਾ ਮੈਂ, ਤੁਸੀਂ ਮੇਰੀਆਂ ਧੀਆਂ ਵੀ ਬੈਠੀਆਂ ਤੇ ਭੈਣਾਂ ਵੀ ਹੋਣਗੀਆਂ। ਅਸੀਂ ਆਮ ਤੌਰ ਤੇ ਕਿਸੇ ਇਨਸਾਨ ਦੀ ਬਾਹਰੀ ਚਮੜੀ ਦੇ ਨਾਲ ਜੁੜਦੇ ਹਾਂ, ਜਦ ਕਿ ਪਰਮਾਤਮਾ ਦੇ ਘਰ ਵਿੱਚ ਬਾਹਰੀ ਚਮੜੀ ਨਹੀਂ ਪ੍ਰਵਾਨ। ਪਰਮਾਤਮਾ ਦੇ ਘਰ ਵਿੱਚ ਉਹਦੀ ਆਤਮਾ ਤੇ ਉਹਦੀ ਭਾਵਨਾ ਪ੍ਰਵਾਨ। ਚਮੜੀ ਇੱਥੇ ਰਹਿ ਜਾਣੀ ਹੈ, ਆਤਮਾ ਜਿਹੜੀ ਆ ਉਹ ਪਰਮਾਤਮਾ ਦੇ ਘਰ ਵਿੱਚ ਜਾਣੀ ਹੈ। ਮਹਾਰਾਜ ਕਹਿੰਦੇ ਕਿ ਸੰਤੋਖ ਕੱਲਾ ਪਦਾਰਥਾਂ ਦਾ ਨਹੀਂ। ਪਹਿਲਾ ਸੰਤੋਖ ਮੈਂ ਆਪ ਜੀ ਨਾਲ ਬੇਨਤੀ ਕੀਤੀ ਹੈ, ਇਹ ਨੇਤਰੋ ਮੇਰਿਓ ਹਰ ਤੁਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ। ਕੋਈ ਆ ਸੰਤੋਖ ਲੈ ਕੇ ਆ, ਅੱਖਾਂ ਦੇ ਵਿੱਚ ਸੰਤੋਖ ਲੈ ਕੇ ਆ, ਜਿਹਨੂੰ ਮਹਾਰਾਜ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ, ਇਹ ਸੰਤੋਖ ਲੈ ਕੇ ਆ। ਅੱਗੇ ਚਲੀਏ, ਕੰਨਾਂ ਦਾ ਸੰਤੋਖ। ਇਹ ਸਰਵਨੋ ਮੇਰਿਓ, ਤੁਹਾਨੂੰ ਲਾਏ ਕਾਹਦੇ ਵਾਸਤੇ ਹੈ? ਇਹ ਸਰਵਨੋ ਮੇਰਿਓ ਸਾਚੇ ਸੁਣਨੇ ਨੋ ਪਠਾਏ। ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਨੋ ਸਤ ਬਾਣੀ। ਦੂਸਰਾ ਪ੍ਰਮਾਣ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮੇਰੇ ਕੰਨਾਂ 'ਚ ਉਹ ਬੋਲ ਨਾ ਪੈਣ ਜਿਨ੍ਹਾਂ ਬੋਲਾਂ ਦੇ ਕਰਕੇ ਮੈਂ ਤੇਰੇ ਨਾਲੋਂ ਟੁੱਟ ਜਾਵਾਂ। ਮੇਰੇ ਕੰਨਾਂ 'ਚ ਉਹ ਬੋਲ, ਆ ਹੈ ਸੰਤੋਖ ਸਾਧ ਸੰਗਤ ਜੀ। ਬਿਨਾ ਸੰਤੋਖ ਨਹੀਂ ਕੋ ਰਾਜੇ। ਮਹਾਰਾਜ ਕਹਿੰਦੇ ਸੇਵ ਕੀਤੀ ਸੰਤੋਖੀ। ਤੀਸਰਾ ਸੰਤੋਖ ਹੈ ਜਿਹੜਾ ਆਪਾਂ ਗੱਲ ਕਰ ਰਹੇ ਸੀ, ਜ਼ੁਬਾਨ ਦਾ। ਔਰ ਦੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਬੈਠੇ ਹੋ, ਜੇ ਨਹੀਂ ਪੜ੍ਹਨ ਵਾਲੇ ਬੈਠੇ ਤੇ ਤੁਸੀਂ ਕਥਾ ਬਹੁਤ ਸੁਣਦੇ ਹੋ ਵਿਦੇਸ਼ਾਂ ਵਾਲੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 3 ਇੰਦਰੀਆਂ ਤੇ ਕਾਬੂ ਪਾਉਣ ਦੀ ਬਹੁਤ ਵੱਡੀ ਗੱਲ ਕੀਤੀ ਗਈ ਹੈ। ਪਹਿਲੀਆਂ ਅੱਖਾਂ, ਦੂਸਰਾ ਕੰਨ, ਤੇ ਤੀਜਾ ਆ ਜਿਹੜਾ 2.5 ਇੰਚ ਦਾ ਅੰਦਰ ਜਿਹੜਾ ਸਿਆਪਾ, ਜਿਹਦੇ ਕਰਕੇ ਸਾਰੇ ਸਿਆਪੇ ਪੈਂਦੇ ਆ। ਇਹ ਸਿਆਪੇ ਦੇ ਬਾਰੇ ਇੱਕ ਵਿਦਵਾਨ ਪਤਾ ਕੀ ਲਿਖਦਾ, ਮੈਂ ਤੁਹਾਨੂੰ ਸਾਖੀ ਨਾਲ ਸਮਝਾਵਾਂ। ਉਹ ਵਿਦਵਾਨ ਲਿਖਦਾ, ਕਹਿੰਦਾ ਇੱਕ ਨਾ ਨਾਲ ਦਾ ਗੁਆਂਢੀ ਸਵੇਰੇ ਸਵੇਰੇ ਕੰਮ ਤੇ ਚੱਲਿਆ ਤੇ ਉਹਦੇ ਨਾਲ ਦੇ ਗੁਆਂਢੀ ਨੇ ਉੱਠ ਕੇ ਜੀ ਉਹਦਾ ਮੂਡ ਖਰਾਬ ਕਰਤਾ, ਗਾਲਾਂ ਕੱਢਦੀਆਂ। ਜ਼ੁਬਾਨ ਹੀ ਚਲਾਈ ਉਹਨੇ। ਉਹ ਵਿਚਾਰਾ ਚੁੱਪ ਕਰਕੇ ਕੰਮ ਤੇ ਚੱਲ ਗਿਆ ਕਿ
मैं सवेरे सवेरे इहदा मत्था की लाउणा, शाम नूं आके इहनां गल करांगा। शाम नूं ਉਹ ਕੰਮ ਤੋਂ ਆਇਆ, ਉਹਨੇ ਆ ਕੇ ਪੰਚਾਇਤ ਨੂੰ ਕਿਹਾ ਵੀ ਆਹ ਕੁਛ ਮੇਰੇ ਨਾਲ ਸਵੇਰੇ ਹੋਇਆ ਬਈ, ਮੈਂ ਤੇ ਉਹਨੂੰ ਕੁਛ ਬੋਲਿਆ ਨਹੀਂ। ਹੁਣ ਪੰਚਾਇਤ ਨੇ ਉਹਨੂੰ ਸੱਦਿਆ ਤੇ ਕੀ ਤੁਸੀਂ ਮੰਨਦੇ ਹੋ ਕਿ ਪੰਚਾਇਤ ਇਹ ਕਵੇਗੀ ਕਿ ਆਪਣੀ ਜ਼ੁਬਾਨ ਬਾਹਰ ਕੱਢ ਇਹ ਬੋਲੀ ਹੈ, ਇਹਨੂੰ ਸਜ਼ਾ ਦੇਣੀ ਹੈ? ਇਹਨੂੰ ਥੋੜ੍ਹੀ ਦੇਣੀ ਹੈ। ਉਹ ਜਿਹੜੀ ਵੀ ਸਜ਼ਾ ਦੇਣੀ ਆ ਉਹਦੇ ਛਿੱਤਰ ਜਿਹੜੇ ਆ ਉਹ ਤਾਂ ਉਹਦੇ ਸਿਰ 'ਚ ਪੈਣੇ। ਉਹ ਫਿਰ ਵਿਦਵਾਨ ਲਿਖਦਾ, ਜਿਹਬਾ ਬੋਲਣ ਹਾਰੀ ਹੈ ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ, ਤੂੰ ਤਾਂ ਅੰਦਰ ਜ਼ਬਾਨ ਦੇ ਅੰਦਰ ਵੜ ਗਈ ਬੋਲ ਕੇ। ਜੇਬਾ ਬੋਲਣ ਹਾਰੀ ਹੈ ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹੇ ਕਪਾਲ। ਛਿੱਤਰ ਤੇ ਸਿਰ 'ਚ ਪੈਣੇ ਆ। ਇਸੇ ਨੂੰ ਮਹਾਰਾਜ ਕਹਿੰਦੇ ਆ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ, ਜਿਚਰ ਹਰ ਰਸ ਪੱਲੇ ਨਾ ਪਾਏ। ਮਹਾਰਾਜ ਕਹਿੰਦੇ ਆ, ਇਹਨਾਂ ਦੇ ਵਿੱਚ ਸੰਤੋਖ ਲੈ ਕੇ ਆ, ਸੇਵ ਕੀਤੀ ਸੰਤੋਖ ਈ। ਅੱਗੇ ਮਹਾਰਾਜ ਕਹਿੰਦੇ ਆ, ਕਦੋਂ ਸੰਤੋਖ ਆਵੇਗਾ? ਜਿਨੀ ਸੱਚੋ ਸੱਚ ਉਦਾਂ ਨਹੀਂ ਆਉਣਾ, ਜੋ ਮਰਜ਼ੀ ਕਰ ਲਓ। ਜਿਨੀ ਸੱਚੋ ਸੱਚ ਤੇ ਆਇਆ। ਫਿਰ ਮਹਾਰਾਜ ਕਹਿੰਦੇ ਆ, ਉਹਨੀ ਅਗਲੀ ਪੰਕਤੀ ਦੇ ਵਿੱਚ ਆਚਰਣ ਸ਼ੁਰੂ ਹੋਣ ਲੱਗਾ। ਉਹਨੀ ਮੰਦੇ ਪੈਰ ਨਾ ਰੱਖਿਓ, ਆ ਹੈ ਆਚਰਣ ਤੇਰਾ। ਉਹਨੇ ਮੰਦੇ ਪੈਰ ਨਾ, ਉਹਦਾ ਕਦੀ ਵੀ ਪੈਰ ਜਿਹੜੇ ਆ ਨਾ ਸ਼ਾਮ ਨੂੰ 5 ਵਜੇ ਕਿਸੇ ਹੋਰ ਪਾਸੇ ਜਾਣਗੇ, ਉਹ ਗੁਰਦੁਆਰੇ ਵਾਲੇ ਪਾਸੇ ਆਉਣਗੇ। ਇਹ ਉਹਦਾ ਆਚਰਣ ਹੈ। ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ, ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ। ਉਹ ਫਿਰ ਦੁਨੀਆ ਦੇ ਨਾਲੋਂ ਟੁੱਟ ਜਾਂਦਾ। ਦੁਨੀਆ ਦੇ ਨਾਲੋਂ ਟੁੱਟਣ ਦਾ ਮਤਲਬ ਕੀ ਹੈ? ਦੁਨੀਆ ਦੇ ਨਾਲੋਂ ਟੁੱਟਣ ਦਾ ਮਤਲਬ ਹੈ ਜਿਹੜੀ ਦੁਨੀਆ ਦੀ ਫਿਲਾਸਫੀ ਹੈ ਉਹ ਛੱਡ ਦਿੰਦਾ ਤੇ ਪਰਮਾਤਮਾ ਦੇ ਨਾਲ ਦੁਨੀਆ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਚਿੱਤ ਉਹਦਾ ਨਿਰੰਕਾਰ ਦੇ ਨਾਲ। ਜਿਹਨੂੰ ਭਗਤ ਤਰਲੋਚਨ ਜੀ ਕਹਿੰਦੇ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਤੂੰ ਹੱਥਾਂ ਪੈਰਾਂ ਨਾਲ ਮੇਰੇ ਪੁੱਤਰਾ ਕੰਮ ਕਰਨਾ, ਕੋਈ ਗੱਲ ਨਹੀਂ, ਰਹਿਣਾ ਇੱਥੇ ਹੀ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਤੂੰ ਕੰਮ ਫੈਕਟਰੀ ਦਾ ਕਰ ਰਿਹਾ, ਤੂੰ ਗੱਡੀ ਚਲਾ ਰਿਹਾ, ਤੂੰ ਜਿਹੜਾ ਵੀ ਕੰਮ ਕਰ ਰਿਹਾ, ਮਹਾਰਾਜ ਕਹਿੰਦੇ ਕੰਮ ਤੇ ਹੱਥਾਂ ਨਾਲ ਕਰ ਰਿਹਾ, ਚਿੱਤ ਤਾਂ ਤੂੰ ਉਹਦੇ ਵਿੱਚ ਲਾ ਸਕਦਾ ਨਾ। ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਤੇ ਆਪਾਂ ਬੋਲ ਸਕਦੇ ਹੈ। ਜੇ ਜ਼ਬਾਨ ਵੀ ਸਾਡੀ ਬਿਜ਼ੀ ਹੈ ਨਾ, ਤੇ ਸਾਧ ਸੰਗਤ ਜੀ ਸਾਡਾ ਮਨ ਇੱਕ ਵਕਤ 2 ਕੰਮ ਕਰ ਸਕਦਾ। ਤੁਸੀਂ ਕਹੇ ਦੇਖੋ, ਸਾਡਾ ਮਨ ਕਦੀ ਕਹਿੰਦਾ ਮੈਂ ਇੱਧਰ ਜਾਵਾਂ ਤੇ ਕਦੀ ਕਹਿੰਦਾ ਇੱਧਰ, ਦੋਨੋਂ ਕੰਮ ਕਰ ਰਹੇ ਆ ਨਾ। ਇੱਕ ਪਾਸਾ ਜਿਹੜਾ ਹੈਗਾ ਮਨ ਦੇ ਨਾਲ, ਅਸੀਂ ਆਪਣੀ ਮਨ ਦੀ ਬਿਰਤੀ ਨੂੰ ਜਿਹੜੀ ਹੈ ਨਾ, ਉਹ ਅਸੀਂ ਪਰਮਾਤਮਾ ਦੇ ਨਾਲ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆਏ ਆ, ਨੰਬਰ 1 ਗੱਲ, ਸਭ ਤੋਂ ਪਹਿਲਾਂ ਸ਼ਬਦ ਦੇ ਨਾਲ ਜੁੜੇ ਹੈ। ਦੂਸਰਾ, ਉਹਨਾਂ ਨੂੰ ਸੰਗਤ ਮਿਲੀ ਹੈ ਤੇ ਸੰਗਤ ਦੇ ਵਿੱਚੋਂ ਉਹਨਾਂ ਨੂੰ ਸੇਵਾ ਦਾ ਜਿਹੜਾ ਜਸ ਹੈ ਉਹ ਮਿਲਿਆ। ਐਸਾ ਮਹਾਪੁਰਸ਼ ਜਿਹਦਾ ਆਪਾਂ ਜਿਹਦੀ ਜੀਵਨ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਆਪਣਾ ਜੀਵਨ 1904 ਦੇ ਵਿੱਚ ਉਹਨਾਂ ਦਾ ਜਨਮ ਹੋ ਰਿਹਾ। 1904 ਦੇ ਵਿੱਚ ਪਰਿਵਾਰ ਹੈ ਸਨਾਤਨੀ। ਇੱਥੇ ਮੈਂ ਰੁਕ ਜਾਵਾਂਗਾ, ਥੋੜਾ ਜਿਹਾ ਉਹਦੀ ਮਾਂ ਦੇ ਬਾਰੇ ਜ਼ਿਕਰ। ਲੁਧਿਆਣਾ ਜ਼ਿਲ੍ਹਾ ਹੈ ਜੀ, ਤਹਿਸੀਲ ਹੈ ਖੰਨਾ। ਖੰਨੇ ਦੇ ਲਾਗੇ ਪਿੰਡ ਹੈ ਰਾਜੇਵਾਲ। ਰਾਜੇਵਾਲ ਦੇ ਘਰ ਦੇ ਵਿੱਚ ਇੱਕ ਗੁਰਮੁਖ ਪਰਿਵਾਰ ਰਹਿੰਦਾ ਜੀ। ਦੋਨੋਂ ਦੰਪਤੀ ਅੰਮ੍ਰਿਤਧਾਰੀ ਹੈ, ਠੀਕ ਹੈ, ਰੱਬ ਦਾ ਨਾਮ ਲੈਣ ਵਾਲੇ। ਉਹਨਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਉਸ ਬੱਚੀ ਦਾ ਨਾਮ ਰੱਖਿਆ ਗਿਆ ਮਹਿਤਾਬ ਕੌਰ, ਭਗਤ ਪੂਰਨ ਸਿੰਘ ਦੀ ਮਾਤਾ ਜੀ। ਮਹਿਤਾਬ ਕੌਰ ਨਾਂ ਰੱਖਿਆ ਗਿਆ। 14-15 ਸਾਲ ਦੀ ਮਹਿਤਾਬ ਕੌਰ ਦਾ ਵਿਆਹ ਹੋ ਗਿਆ ਤੇ ਉਸ ਸਮੇਂ ਇਹ ਰਿਵਾਜ ਸੀਗਾ ਕਿ ਜਿਹੜੀ ਬੱਚੀ ਆ ਨਾ, ਵਿਆਹ ਉਹਦਾ ਕਰ ਦਿੰਦੇ ਸੀਗੇ, ਲੇਕਿਨ ਉਹ ਸਹੁਰਿਆਂ ਦੇ ਘਰ ਨਹੀਂ ਸੀ ਜਾਂਦੀ। ਉਹ 4-5 ਸਾਲ ਬਾਅਦ ਸਹੁਰਿਆਂ ਦੇ ਘਰ ਉਹਨੂੰ ਜਾਣਾ ਸੀਗਾ। ਸੋ ਉਹਦਾ ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਿਆ, ਲੇਕਿਨ ਹੈ ਆਪਣੇ ਪੇਕਿਆਂ ਦੇ ਘਰ ਦੇ ਵਿੱਚ ਹੀ ਹੈ, ਲੇਕਿਨ ਹੱਲੇ ਉਹ ਸਹੁਰਿਆਂ ਦੇ ਘਰ ਨਹੀਂ ਗਈ। 4-5 ਸਾਲਾਂ ਦੇ ਬਾਅਦ ਉਹਨੂੰ ਸੁਨੇਹਾ ਆਇਆ, ਧੀਏ ਤਿਆਰ ਹੋ, ਆਪਣੇ ਬਸਤਰ ਤਿਆਰ ਕਰ, ਤੇਰਾ ਸਹੁਰਿਆਂ ਦੇ ਘਰ ਜਾਣ ਦਾ ਸਮਾਂ ਆ ਗਿਆ। ਉੱਥੋਂ ਤੈਨੂੰ ਸੁਨੇਹਾ ਆਇਆ। ਮਹਿਤਾਬ ਕੌਰ ਬੜੇ ਚਾਅ ਦੇ ਨਾਲ ਆਪਣੇ ਬਸਤਰ ਤਿਆਰ ਕਰ ਰਹੀ ਹੈ। ਅੱਜ ਮੈਂ ਆਪਣੇ ਪਤੀ ਰੂਪ ਪਰਮੇਸ਼ਵਰ ਨੂੰ ਜਾ ਕੇ ਮਿਲਣਾ, ਅੱਜ ਮੈਂ ਜਾ ਕੇ ਉੱਥੇ ਸੁਹਾਗਣ ਹੋਵਾਂਗੀ, ਉਹਦੇ ਨਾਲ ਮੇਰਾ ਮਿਲਾਪ ਹੋਵੇਗਾ। ਚਾਅ ਦੇ ਨਾਲ ਬਸਤਰ ਤਿਆਰ ਕਰਦਿਆਂ 2-3 ਦਿਨ ਲੱਗ ਗਏ।
2-3 ਦਿਨਾਂ ਦੇ ਬਾਅਦ ਸੁਨੇਹਾ ਕੀ ਆਇਆ, ਮਹਿਤਾਬ ਧੀਏ ਤੇਰੇ ਨਾਲ ਬੜੀ ਵੱਡੀ ਘਟਨਾ ਹੋ ਗਈ, ਜਿਹਦੇ ਨਾਲ ਤੂੰ ਜਾ ਕੇ ਸੁਹਾਗ ਦੇ ਨਾਲ ਜਾ ਕੇ ਸੁਹਾਗਣ ਬਣਨਾ ਸੀ, ਤੇਰਾ ਮਿਲਾਪ ਹੋਣਾ ਸੀ, ਉਹ ਰਾਤ ਦਾ ਚੜ੍ਹਾਈ ਕਰ ਗਿਆ। ਉਹ ਰਾਤ ਦਾ ਚੜ੍ਹਾਈ ਕਰ ਗਿਆ। ਮਹਿਤਾਬ ਕੌਰ ਦੇ ਪੈਰਾਂ ਥੱਲੋਂ ਜ਼ਮੀਨ ਇਸ ਗਮ ਨੂੰ ਲੈ ਕੇ ਮਹਿਤਾਬ ਕੌਰ ਦੀ ਮਾਂ ਜਿਹੜੀ ਸੀ ਨਾ, ਉਹ ਵੀ ਚੜ੍ਹਾਈ ਕਰ ਗਈ ਥੋੜੇ ਸਮੇਂ ਬਾਅਦ। ਹੁਣ ਮਹਿਤਾਬ ਕੌਰ ਦੇ ਘਰ ਕੌਣ ਹੈ? ਉਸਦਾ ਬਾਪ ਤੇ ਆਪ ਮਹਿਤਾਬ ਕੌਰ, ਜਿਹੜੀ ਜਵਾਨੀ ਦੀ ਦਹਲੀਜ਼ ਤੇ ਜਿੰਨੇ ਦਹਲੀਜ਼ ਤੇ ਉਹਨੇ ਪੈਰ ਰੱਖਿਆ। ਜਵਾਨ ਹੈ, ਸੁੰਦਰ ਹੈ, ਉੱਚੀ ਹੈ, ਲੰਮੀ ਹੈ, ਲੇਕਿਨ ਜਿੱਥੇ ਵੀ ਉਹਦਾ ਹੁਣ ਬਾਪ ਰਿਸ਼ਤਾ ਕਰਦਾ ਨਾ, ਹੁਣ ਸਾਡਾ ਸਮਾਜ ਜਿਹੜਾ ਉਹ ਮਰਦ ਪ੍ਰਧਾਨ ਹੋਣ ਦੇ ਕਰਕੇ ਗੱਲ ਨਿਕਲ ਆਉਂਦੀ ਹੈ, ਇਹ ਤਾਂ ਉਹ ਹੈ ਜਿਹੜੀ ਆਪਣੇ ਘਰ ਵਾਲੇ ਦੇ ਨਾਲ ਮਿਲਾਪ ਹੋਣ ਤੋਂ ਪਹਿਲਾਂ ਹੀ ਉਹਨੂੰ ਖਾ ਗਈ। ਆਮ ਤੌਰ ਤੇ ਗੱਲਾਂ ਨਿਕਲਦੀਆਂ ਸਾਡੇ ਸਮਾਜ ਵਿੱਚ। ਮਹਿਤਾਬ ਕੌਰ ਦਾ ਜੀ ਕਿਤੇ ਰਿਸ਼ਤਾ ਨਹੀਂ ਹੋ ਰਿਹਾ, ਬੜੀ ਦਰਦ ਭਰੀ ਉਹਨਾਂ ਦੇ ਘਰ ਦੇ ਹਾਲਾਤ ਜਿਹੜੇ ਆ ਉਹ ਚੱਲ ਰਹੇ ਆ। ਬਾਪ ਨੂੰ ਪਤਾ ਲੱਗਾ, ਬਾਪ ਵੀ ਬਿਮਾਰ ਹੋ ਗਿਆ। ਇਸ ਦੁੱਖ ਦੇ ਵਿੱਚ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ, ਅਸੀਂ ਕਹਿ ਦਿੰਦੇ ਹਾਂ ਕਿ ਧੀਆਂ ਨੂੰ ਅਸੀਂ ਵਿਆਹ ਦਿੰਦੇ ਹਾਂ ਤੇ ਸੌਖੇ ਹੋ ਜਾਂਦੇ ਹਾਂ। ਧੀਆਂ ਨੂੰ ਵਿਆਹ ਕੇ ਮਾਂ-ਬਾਪ ਹੋਰ ਜ਼ਿਆਦਾ ਫਸ ਜਾਂਦੇ ਆ, ਹੋਰ ਜ਼ਿਆਦਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਭਾਈ ਸਾਹਿਬ ਜੀ ਮੇਰੇ ਕਮਰੇ 'ਚ ਆਏ, ਭਾਈ ਸਾਹਿਬ ਜੀ ਕਹਿ ਰਹੇ ਸੀ ਬੇਟੀ ਬਾਹਰ ਚਲੀ ਗਈ ਤੇ ਸੈੱਟ ਹੋ ਗਈ। ਸੈੱਟ ਨਹੀਂ ਹੋ ਗਈ, ਉਸ ਕੋਲ ਹੋਰ ਪ੍ਰੋਬਲਮ ਖੜੀ ਹੋ ਗਈ। 24 ਘੰਟੇ ਧਿਆਨ ਉਧਰ, ਕਦੋਂ ਉਹਦਾ ਫੋਨ ਆਵੇ, ਰਾਤ ਨੂੰ ਸੌਂ ਗਈ ਹੈ ਬੇਟਾ, ਸਵੇਰੇ ਕੰਮ ਤੋਂ ਆ ਗਈ ਹੈ ਬੇਟਾ, ਜਿੰਨੀ ਦੇਰ ਤੱਕ ਫੋਨ ਨਾ ਆਵੇ ਉਨੀ ਦੇਰ ਤੱਕ, ਮਾਫ ਕਰਨਾ ਆਪਾਂ ਵੀ ਸਾਰੇ ਬਾਪ ਹੈ ਧੀਆਂ ਵਾਲੇ, ਉਹ ਤਾਂ ਉਨੀ ਦੇਰ ਤੱਕ ਤਸੱਲੀ ਨਹੀਂ ਹੁੰਦੀ। ਚਲੋ ਜੀ, ਬਾਪ ਵੀ ਵਿਚਾਰਾ ਇਸ ਗਮ ਦੇ ਵਿੱਚ ਉਹ ਵੀ ਦੁਖੀ ਹੋ ਗਿਆ, ਉਹ ਵੀ ਬਿਮਾਰ ਰਹਿਣਾ ਸ਼ੁਰੂ ਹੋ ਗਿਆ। ਉਹਨੂੰ ਪਤਾ ਲੱਗ ਗਿਆ ਕਿ ਪਤਾ ਨਹੀਂ ਕਿਹੜੇ ਵੇਲੇ ਮੈਂ ਵੀ ਚੜ੍ਹਾਈ ਕਰ ਜਾਣਾ। ਉਹਨੇ ਫਿਰ ਕੀ ਕੀਤਾ, ਆਪਣੇ ਪਿੰਡ ਦੇ ਲਾਗੇ ਪਿੰਡ ਹੈ ਰਾਜੇਵਾਲ। ਰਾਜੇਵਾਲ ਪਿੰਡ ਵਿੱਚ ਇੱਕ ਸ਼ਿੱਬੂ ਨਾਮ ਦਾ ਹਿੰਦੂ ਰਹਿੰਦਾ, ਸਨਾਤਨੀ ਮੱਤ ਵਾਲਾ, ਸਨਾਤਨ ਮੱਤ ਵਾਲਾ ਹਿੰਦੂ ਪਰਿਵਾਰ ਹੈ। ਉਹ ਸ਼ਿੱਬੂ ਦਾ ਪਹਿਲਾਂ ਵਿਆਹ ਹੋ ਚੁੱਕਾ ਵੈ, ਉਹ ਸ਼ਿੱਬੂ ਦੇ ਘਰ ਬੱਚੇ ਹਨ ਆਲਰੇਡੀ। ਉਹਨੇ ਸ਼ਿੱਬੂ ਨਾਲ ਗੱਲ ਕੀਤੀ ਤੇ ਸ਼ਿੱਬੂ ਕੋਲ 4 ਪੈਸੇ ਹੈਗੇ ਆ, ਤੇ ਪਿਓ ਨੂੰ ਇਹ ਆਇਆ ਕਿ ਮੈਂ ਧੀ ਉਹਦੇ ਨਾਲ ਵਿਆਹ ਦੀਆਂ ਗੱਲ ਕੀਤੀ। ਮਹਿਤਾਬ ਕੌਰ ਨੂੰ ਉਹਨਾਂ ਉਹਦੀ ਗੱਲ ਚਲਾਈ। ਸ਼ਿੱਬੂ ਨੇ ਉਹਨਾਂ ਨਾਲ ਇੱਕ ਸ਼ਰਤ ਰੱਖੀ, ਕਹਿੰਦਾ ਮੈਂ ਸੂਟ ਵੀ ਦੇਵਾਂਗਾ, ਮੈਂ ਰੋਟੀ ਵੀ ਦਿਆਂਗਾ, ਮੈਂ ਰਹਿਣ ਵਾਸਤੇ ਛੱਤ ਵੀ ਦਿਆਂਗਾ, ਪਰੰਤੂ ਇਹਦੀ ਕੁੱਖ ਚੋਂ ਕੋਈ ਬੱਚਾ ਨਹੀਂ ਹੋਵੇਗਾ। ਸੰਬੰਧ ਮੇਰੇ ਇਸ ਨਾਲ ਹੋਣਗੇ ਪਰ ਬੱਚਾ ਨਹੀਂ ਇਹਦੀ ਕੁੱਖ ਚੋਂ ਹੋਵੇਗਾ। ਪਿਓ ਵਿਚਾਰੇ ਨੂੰ ਪਤਾ ਸੀ ਮੈਂ ਆਉਣ ਵਾਲੇ ਸਮੇਂ ਵਿੱਚ ਚੜ੍ਹਾਈ ਕਰ ਜਾਣਾ। ਉਹਨੂੰ ਮਜਬੂਰ ਹੋ ਕੇ ਜਿਹੜੀ ਸੀਗੀ ਆਪਣੀ ਬੱਚੀ ਮਹਿਤਾਬ ਕੌਰ ਉਹ ਸ਼ਿੱਬੂ ਦੇ ਨਾਲ, ਸ਼ਾਹੂਕਾਰ ਦੇ ਨਾਲ ਵਿਆਹਣੀ ਪਈ। ਜਿਹੜੀ ਮਹਿਤਾਬ ਕੌਰ ਆਪਣੇ ਘਰ ਦੇ ਵਿੱਚ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਸੀ, ਉਹ ਹੁਣ ਜਿਹੜੀ ਮਹਿਤਾਬ ਕੌਰ ਹੈ ਉਹ ਸਨਾਤਨ ਧਰਮ ਦੇ ਘਰ ਦੇ ਵਿੱਚ ਜਾ ਕੇ ਸ਼੍ਰੀ ਰਾਮਚੰਦਰ ਤੇ ਸੀਤਾ ਦੀਆਂ ਤੇ ਭਗਵਤ ਗੀਤਾ ਦੇ ਜਿਹੜੇ ਜੱਗ ਤੇ ਜਿਹੜੀਆਂ ਕਥਾਵਾਂ, ਉੱਥੇ ਉਹਨੂੰ ਜਾਣਾ ਪੈ ਗਿਆ। ਚਲੋ ਉਹਨੇ ਮੌਕੇ ਦੇ ਨਾਲ, ਸਮੇਂ ਦੇ ਨਾਲ ਇੱਕ ਸੁਲ੍ਹਾ ਕਰ ਲਈ ਵੀ ਜੋ ਮੇਰੀ ਕਿਸਮਤ ਸੀ ਉਹ ਮੈਨੂੰ ਮਿਲ ਗਿਆ। ਸਮਾਂ ਚੱਲਿਆ, ਸਮੇਂ ਦੇ ਬਾਅਦ ਉਹਦਾ ਬਾਪ ਵੀ ਚੜ੍ਹਾਈ ਕਰ ਗਿਆ। ਮਹਿਤਾਬ ਕੌਰ ਦਾ ਪਿਤਾ ਪਿੱਛੋਂ ਚੜ੍ਹਾਈ ਕਰ ਗਿਆ। ਹੁਣ ਸਾਧ ਸੰਗਤ ਜੀ ਕੀ ਹੋਇਆ, ਮਹਿਤਾਬ ਕੌਰ ਦੀ ਕੁੱਖ ਦੇ ਵਿੱਚ 3 ਬੱਚੇ ਆਏ ਆ, ਲੇਕਿਨ ਸ਼ਿੱਬੂ ਦੀ ਮਰਜ਼ੀ ਸੀਗੀ ਕਿ ਬੱਚੇ ਨੂੰ ਮੈਂ ਇਸ ਧਰਤੀ ਤੇ ਨਹੀਂ ਆਉਣ ਦੇਣਾ। ਉਹ ਬੱਚੇ ਤਿੰਨੋਂ ਦੇ ਤਿੰਨੋਂ ਬੱਚੇ ਸ਼ਿੱਬੂ ਨੇ ਇਸ ਰੂਹੇ ਜ਼ਮੀਨ ਤੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਰਵਾ ਦਿੱਤਾ। ਤੁਸੀਂ ਸਮਝ ਗਏ ਕਿ 2-3 ਮਹੀਨੇ ਦਾ ਬੱਚਾ ਮਾਂ ਦੇ ਗਰਭ ਦੇ ਵਿੱਚ ਗਰਭ ਗਿਰਾ ਦਿੱਤਾ। ਇਹ ਜਦੋਂ ਮਹਿਤਾਬ ਕੌਰ ਨੇ ਕਿਹਾ, ਉਹਨੇ ਕਿਹਾ ਤੇਰੇ ਪਿਓ ਦੇ ਨਾਲ ਇਹ ਮੇਰਾ ਐਗਰੀਮੈਂਟ ਹੋਇਆ ਵਾ, ਇਹ ਤੇਰੇ ਪਿਓ ਨਾਲ ਮੇਰਾ ਸਮਝੌਤਾ ਹੋਇਆ, ਕਿਉਂਕਿ ਮੇਰੀ ਘਰ ਵਾਲੀ ਵੀ ਹੈ, ਮੇਰੇ ਬੱਚੇ ਵੀ ਹੈ। ਉਹ ਮਹਿਤਾਬ ਕੌਰ ਵਿਚਾਰੀ ਘਰ ਵਾਲੇ ਦੀਆਂ ਰੋਟੀਆਂ ਵੀ ਪਕਾਉਂਦੀ ਹੈ, ਸਾਰਾ ਘਰ ਦਾ ਕੰਮ ਵੀ ਕਰਦੀ ਹੈ, ਉਹਦੀ ਘਰ ਵਾਲੀ ਦੀਆਂ ਝਿੜਕਾਂ ਵੀ ਚੰਦੀ ਹੈ, ਉਹਦੇ ਜਿਹੜੇ ਨਿੱਕੇ ਨਿੱਕੇ ਬੱਚੇ ਆ ਉਹ ਵੀ ਮਹਿਤਾਬ ਕੌਰ ਨੂੰ ਨਫ਼ਰਤ ਕਰਦੇ ਆ, ਉਹ ਤੇ ਹੁਕਮ ਚਲਾਉਂਦੇ ਆ। ਚਲੋ ਉਹਨੇ ਭਾਣੇ ਦੇ ਵਿੱਚ ਆਪਣਾ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਕੀ ਹੋਇਆ, ਰਾਜੇਵਾਲ ਤੋਂ ਸੰਗਤ ਜਿਹੜੀ ਸੀ ਨਾ, ਉਹਨਾਂ ਨੇ ਸਲਾਹ ਕੀਤੀ, ਜਿੱਦਾਂ ਪਿੰਡਾਂ 'ਚ ਆਪਾਂ ਸਲਾਹ ਕਰਦੇ ਆਂ ਵੀ ਚਲੋ ਸਾਲ ਹੋ ਗਿਆ ਗੁਰੂ ਰਾਮਦਾਸ ਦੇ ਦਰਬਾਰ ਤੇ ਨਹੀਂ ਗਏ ਆਪਾਂ, ਤੇ ਗੁਰੂ ਰਾਮਦਾਸ ਦੇ ਦਰਬਾਰ ਤੇ ਜਾਇਆ ਜਾਵੇ।
उस महताब कौर ने आके अपने घर वाले नूं कहा, कहंदी साईयां मैं तेरे कोलों अज तक कुछ नहीं मंगिया, मैं तेरी मर्जी दे नाल अपनी जिंदगी बतीत कीती है। 4 ਤੋਂ 5 साल हो गए है तेरे घर रहिंदी नूं, तेरी घर वाली दे कपड़े धोते है, घर दा सारा काम कीता, बच्चियां दी तेरियां दी देखभाल कीती है। मेरी बेनती है, पिंडों संगत गुरु रामदास दे द्वारे जा रही है, जे तू कवें ते मैं जाके गुरु रामदास दे दर्शन कर आवां। शिबू कहंदा तू हुंदी कौन है उथे जाण वाली, असी सनातनी मत वाले हैं, तैनू उथे नहीं जाण देना। महताब कौर ने मिन्नतां पाईयां, ओ रोई है, गिड़गड़ाई है, परमात्मा दी बख्शिश हुई है। महताब कौर ने इत्थों तक कहा, कहंदी रहना तां मैं तेरी ही हां, रोटियां तां मैं तेरियां ही नौकरां वांगू पकाउणियां, तेरी घर वाली दियां झिड़कां भी सहणियां, तेरे बच्चियां दियां झिड़कां भी सहणियां, कम से कम मैनू एक बार उत्थे जा ते आउण दे। चलो उहदे मन विच मेहर पई, उहने गुस्से नाल जिद्दां भी कहो कहता जा चली जा। अज महताब कौर संगत दे नाल गुरु रामदास दे द्वारे गई। जदों गुरु रामदास दे द्वारे गई है ना, ते गुरु रामदास दे चरनां दे विच जदों पहुंची है, अखां दे विचों बैराग दियां झड़ियां लग गईयां, मानो इस तरह रो रही सीगी, इस तरह आंसू आ रहे सीगे कि जिस तरह वो गुरु रामदास दे चरनां नूं फड़ के उन्हां दे चरनां नूं धो रही होवे, चरनां नूं धो रही होवे ते नाल नाल अरदास कर रही है, धन गुरु रामदास, मेरा पहला विआह होया, उस दे नाल मिलाप होण तो पहला मेरा साईं चढ़ाई कर गया, मैं चुपचाप आप जी दा भाड़ा मन्निया। उस तो बाद मेरा विआह सनातन मत दे घर विच होया, 3 बच्चियां नूं मेरे घर वाले ने जन्म लैण तो पहला ही, रूहे जमीन ते आउण तो पहला ही उन्हां नूं मरवा दिता, मैं तां भी तेरा भाड़ा मन्निया। मैं तेरे चरनां विच एक बेनती करना चाहुंदी आ, मैनूं इह दस कि बुढ़ापे दे विच मेरा आसरा कौन होवेगा, क्योंकि जो घर दे हालात है महाराज तुसी जानते हो, घट घट के अंतर की जानत, भले बुरे की पीर पछानत। मैनू ये दस कि बजुर्ग दे जदों मैं बुढ़ापे विच हो जावांगी मेरा आसरा कौन होवेगा, तू मेरे ते बख्शिश कर, मेरी कुख दे विच कोई ऐसा भेज जेड़ा इस रूहे जमीन ते तेरी बख्शिश दे नाल आ जावे, वो जिहड़ा मेरा समा वो समा मेरा पूरा हो जावे। मैं बेनती करां, जदों सिखा तू गुरु रामदास के चरनां विच अरदास करदा ना, इस गल कहण तो पहला एक बेनती करना चाहांगा। 2 अस्थान साध संगत जी आप जी नूं उडीकदे है। मैं बेनती करां, जदों तुसी पंजाब दी धरती ते जांदे हो, सब तो पहला आराम करके सब तो पहला गुरु रामदास को जाया करो, उस तो बाद अपने होर घर गुरु रामदास तुहानू उडीक रहे है। मेरा सिख जिहड़ा विदेशों की धरती ते बैठा, उन्होंने 2 साल हो गए है, 3 साल हो गए, 4 साल हो गए, कमाई कर रहा, हुण पंजाब आवे ते आके मेरे चरनां विच अरदास करे, मेरे सीने ना आके लगे। दूसरा अस्थान तुहानू उडीकदा पिया, फतेहगढ़ साहिब बाबा जोरावर सिंह ते बाबा फतेह सिंह तुहानू उडीकदे पे है। ये 2 अस्थान जिहड़े है ना सिखा, ये सिर्फ ते सिर्फ तैनू उडीकदे पे है। वैसे ते सारे ही अस्थान जिहड़े वो सत्कारयोग हन, सारियां ने जाना, पर मैनू इदां लगदा कि इन्हां दोनां दे नाल सिख दा रिश्ता ही कुछ अनिखड़वां रिश्ता, जिन्हां तो कदी दूर नहीं हो सकता। महाराज ने कहा, महाराज दे चरनां दे विच बेनती कीती कि साईयां मैनू ये दस कि मैं बुढ़ापे दे विच किद्दां रह लवांगी। मैं बेनती कर रहा सी, जदों सिख शरदा ते भावना दे नाल एक मन एक चित हो के गुरु रामदास दे घर दे विच अरदास करदा ना, फिर गुरु रामदास कहंदे जो शरण आवे तिस कंठ लावे, ए बिरद सुवामी संधा। फिर महाराज कहंदे जो मांगे ठाकुर अपने ते सोई सोई, जिहड़ा आपां शुरू च बचन लिया सी मंगला चरण दे विच, सा
ਉਹ ਸੇਵਾ ਜਿਹੜੀ ਹੈ ਪਰਮਾਤਮਾ ਦੇ ਘਰ ਵਿੱਚ ਤਾਂ ਕਬੂਲ ਹੈ ਜੇ ਤੂੰ ਚਿੱਤ ਦੇ ਨਾਲ ਸਾ ਸੇਵਾ ਕੀਤੀ, ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ। ਸਤਿਗੁਰ ਦੀ ਸੇਵਾ ਜਿਹੜੀ ਹੈ ਉਹ ਸਫਲ ਹੈ। ਫਿਰ ਮਹਾਰਾਜ ਕਹਿੰਦੇ ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ ਸਿੱਖਾ। ਤੂੰ ਜਦੋਂ ਸ਼ਰਧਾ ਤੇ ਭਾਵਨਾ ਦੇ ਨਾਲ ਗਿੜਗਿੜਾਉਣਾ ਨਾ ਤੇ ਮਹਾਰਾਜ ਤੇਰੀ ਅਰਦਾਸ ਜਿਹੜੀ ਹੈ ਪੂਰੀ ਕਰਦੇ ਆ। ਉੱਥੋਂ ਫਿਰ ਜਿਹੜੀ ਮਹਿਤਾਬ ਕੌਰ ਸੀ ਆਈ, ਮਹਿਤਾਬ ਕੌਰ ਦੀ ਕੁੱਖ ਜਿਹੜੀ ਸੀ ਫਿਰ ਦੁਬਾਰਾ ਹਰੀ ਹੋਈ। ਸ਼ਿੱਬੂ ਨੂੰ ਪਤਾ ਲੱਗਾ ਅੱਜ ਮਹਿਤਾਬ ਕੌਰ ਜਿਹੜੀ ਆ ਨਾ ਉਹ ਨਹੀਂ ਸੀ ਜਿਹੜੀ 5 ਸਾਲ ਪਹਿਲਾਂ ਵਾਲੀ ਸੀ। ਅੱਜ ਮਹਿਤਾਬ ਕੌਰ ਨੇ ਸ਼ਿੱਬੂ ਨੂੰ ਕਹਿ ਦਿੱਤਾ, ਕਹਿੰਦੀ ਇਹ ਬੱਚਾ ਜੋ ਵੀ ਹੈ ਇਹ ਦੁਨੀਆ ਤੇ ਆਵੇਗਾ। ਤੂੰ ਇਹਨੂੰ ਆਪਣੇ ਘਰ ਦਾ ਕੱਪੜਾ ਦੇਣਾ ਜਾਂ ਦੇਵੀਂ ਨਾ ਦੇਵੀਂ, ਤੂੰ ਇਹਨੂੰ ਭੋਜਨ ਦੇਣਾ ਜਾਂ ਨਾ ਦੇਵੀਂ, ਲੇਕਿਨ ਮੈਂ ਬਾਹਰ ਲੋਕਾਂ ਦੇ ਘਰਾਂ ਦੇ ਵਿੱਚ ਗਰੀਬੀ ਕੱਟ ਕੇ ਕੰਮ ਕਰਕੇ ਇਸ ਬੱਚੇ ਨੂੰ ਮੈਂ ਸੰਪੂਰਨਤਾ ਵਾਲੇ ਪਾਸੇ ਲੈ ਕੇ ਜਾਣਾ। ਤੇ ਉੱਥੇ ਫਿਰ ਸ਼ਿੱਬੂ ਨੇ ਕਿਹਾ, ਕਹਿੰਦਾ ਠੀਕ ਹੈ, ਫਿਰ ਜੇ ਤੂੰ ਗੱਲ ਨਹੀਂ ਮੰਨਣੀ ਤੇ ਜਦੋਂ ਇਹ ਬੱਚਾ ਪੈਦਾ ਹੋਵੇਗਾ ਇਸ ਘਰ ਦਾ ਅੰਨ ਤੇ ਇਸ ਘਰ ਦਾ ਕੋਈ ਕੱਪੜਾ ਇਸ ਬੱਚੇ ਨੂੰ ਨਹੀਂ ਮਿਲੇਗਾ। ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਗਿਆ। ਉਹ ਬੱਚਾ ਜਿਹੜਾ ਸੀ ਧਰਤੀ ਤੇ ਆਇਆ, ਰੂਹੇ ਜ਼ਮੀਨ ਤੇ ਆਇਆ। ਮੈਂ ਕਹਿੰਦਾ ਉਹ ਬੱਚਾ ਕਿੰਨਾ ਕੁ ਵੱਡਾ ਭਾਗਾਂ ਵਾਲਾ ਹੋਵੇਗਾ ਬਈ, ਕੀ ਅਸੀਂ ਉਹਨੂੰ ਭਾਗ ਕਵਾਂਗੇ? ਨਾਨੇ ਘਰ ਦੇ ਵਿੱਚ ਵੀ ਕੋਈ ਖੁਸ਼ੀ ਨਹੀਂ, ਕਿਉਂਕਿ ਮਾਂ ਵੀ ਮਰ ਚੁੱਕੀ ਹੈ, ਨਾਨਾ ਵੀ ਮਰ ਚੁੱਕਾ ਤੇ ਨਾਨੀ ਵੀ ਮਰ ਚੁੱਕੀ ਹੈ। ਨਾਨਿਆਂ ਨੂੰ ਕੋਈ ਚਾਹ ਨਹੀਂ, ਨਾਨਿਆਂ ਦਾ ਪਰਿਵਾਰ ਨਹੀਂ, ਤੇ ਦਾਦਕਿਆਂ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਬੱਚਾ ਆਵੇ, ਕੁਛ ਵੀ ਹੋਵੇ, ਇਸ ਘਰ ਦਾ ਕੱਪੜਾ, ਇਸ ਘਰ ਦਾ ਅੰਨ ਇਸ ਬੱਚੇ ਨੂੰ ਨਹੀਂ ਮਿਲੇਗਾ। ਮਾਂ ਉਸ ਬੱਚੇ ਨੂੰ ਲੈ ਕੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਗਿਆ। ਬੱਚੇ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਰਾਜੇਵਾਲ ਦਾ ਜਿਹੜਾ ਪ੍ਰਾਇਮਰੀ ਸਕੂਲ ਹੈ, ਮਾਂ ਲੋਕਾਂ ਦੇ ਘਰਾਂ ਵਿੱਚ ਪੋਚੇ ਮਾਰਦੀ ਹੈ, ਹੋਰ ਕੰਮ ਕਰਦੀ ਹੈ। ਇੱਕ ਦਿਨ ਬੱਚਾ ਸਕੂਲ ਜਾ ਰਿਹਾ, ਬੱਚੇ ਦੇ ਪੈਰ ਨੂੰ ਠੇਡਾ ਲੱਗਾ, ਪੈਰ ਲਹੂ ਲੁਹਾਨ ਹੋ ਗਿਆ, ਬੱਚਾ ਡਿੱਗ ਗਿਆ। ਰੋਂਦਾ ਰੋਂਦਾ ਨਾਂ ਰੱਖਿਆ ਗਿਆ ਸੀ ਰਾਮਜੀ ਦਾਸ ਉਹਦਾ ਬਚਪਨ ਦੇ ਵਿੱਚ। ਇਹ ਪੂਰਨ ਸਿੰਘ ਨਾਮ ਬਾਅਦ ਚ ਰੱਖਿਆ, ਨਾਮ ਰੱਖਿਆ ਗਿਆ ਰਾਮਜੀ ਦਾਸ। ਰਾਮਜੀ ਦਾਸ ਜਿਹੜਾ ਸੀਗਾ ਸਕੂਲ ਨੂੰ ਜਾ ਰਿਹਾ, ਠੇਡਾ ਲੱਗਿਆ, ਪੈਰ ਲਹੂ ਲੁਹਾਨ ਹੋਇਆ, ਬੱਚਾ ਡਿੱਗ ਗਿਆ, ਰੋਂਦਾ ਰੋਂਦਾ ਘਰ ਆਇਆ। ਹੁਣ ਦੇਖੋ ਮਾਂ ਨੂੰ ਕੀ ਕਿਹਾ ਤੇ ਮਾਂ ਨੇ ਅੱਗੋਂ ਕੀ ਜਵਾਬ ਦਿੱਤਾ। ਮਾਂ, ਮੈਂ ਸਕੂਲ ਜਾ ਰਿਹਾ ਸੀ, ਰਸਤੇ ਦੇ ਵਿੱਚ ਪੱਥਰ ਸੀ, ਮੈਂ ਦੇਖਿਆ ਨਹੀਂ ਮਾਂ, ਤੇ ਮੈਂ ਡਿੱਗ ਗਿਆ, ਮੇਰੇ ਸੱਟ ਲੱਗ ਗਈ। ਮਾਂ ਪਤਾ ਕੀ ਕਹਿੰਦੀ ਹੈ? ਕਹਿੰਦੀ ਪੁੱਤ ਧਿਆਨ ਦੇ ਨਾਲ ਰਸਤੇ ਵਿੱਚ ਤੁਰਿਆ ਕਰ, ਜੇ ਕੋਈ ਪੱਥਰ ਦੇਖਦਾ ਤੇ ਪੱਥਰ ਚੱਕ ਕੇ ਇੱਕ ਪਾਸੇ ਕਰ ਦਿਆ ਕਰ, ਤਾਂ ਜੋ ਤੂੰ ਵੀ ਬਚ ਜਾਵੇਂ ਤੇ ਹੋਰ ਵੀ ਜਿਹੜੇ ਤੁਰਨ ਵਾਲੇ ਆ ਉਹ ਵੀ ਬਚ ਜਾਣ। ਇੱਥੋਂ ਉਹਦੀ ਜਿਹੜੀ ਜ਼ਿੰਦਗੀ ਦੀ ਘਾੜਤ, ਸ਼ਾਇਦ ਤੁਹਾਨੂੰ ਸੁਣਿਆ ਹੋਵੇ, ਭਗਤ ਪੂਰਨ ਸਿੰਘ ਜੀ ਅੰਮ੍ਰਿਤਸਰ ਦੀਆਂ ਸੜਕਾਂ ਚੋਂ ਨਿੱਕੇ ਨਿੱਕੇ ਜੇ ਕੰਕਰ ਤੇ ਪੱਥਰ ਤੇ ਕਿੱਲ ਜਿਹੜੇ ਸੀ ਚੁਗਿਆ ਕਰਦੇ ਸੀ, ਤਾਂ ਜੋ ਜਿਹੜੇ ਉਦੋਂ ਟਾਂਗੇ ਚੱਲਦੇ ਸੀਗੇ ਉਹਨਾਂ ਦੇ ਘੋੜਿਆਂ ਦੀ ਜਿਹੜੇ ਪੈਰ ਹੈ, ਉਹਨਾਂ ਦੇ ਖੁਰ ਹੈ, ਉਹਨਾਂ ਦੇ ਵਿੱਚ ਕਿਤੇ ਲੱਗ ਕੇ ਉਹ ਲਹੂ ਲੁਹਾਨ ਨਾ ਹੋ ਜਾਣ। ਇਹ ਮਾਂ ਦੀ ਬਚਪਨ ਦੇ ਵਿੱਚ ਦਿੱਤੀ ਹੋਈ ਜਿਹੜੀ ਸਿੱਖਿਆ ਨਾ, ਤੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਸਾਧ ਸੰਗਤ ਜੀ, ਜੋ ਮਾਂ ਨੇ ਬੱਚੇ ਦੇ ਸੀਨੇ ਦੇ ਵਿੱਚ ਬਚਪਨ ਦੇ ਵਿੱਚ ਰੱਖ ਦੇਣਾ ਨਾ, ਉਹ ਸਾਰੀ ਉਮਰ ਜਿਹੜਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਾਂ ਦਾ ਬੜਾ ਸਤਿਕਾਰ ਕੀਤਾ ਗਿਆ। ਮਾਂ ਨੂੰ ਮਹਾਰਾਜ ਕਹਿੰਦੇ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾ। ਮਾਂ ਨੂੰ ਮਾੜਾ ਨਹੀਂ ਕਹਿਣਾ। ਮਾਂ ਵਾਸਤੇ ਸ਼ਬਦ ਹੈ ਧਨ ਜਨੇਂਦੀ ਮਾਓ ਆਏ ਸਫਲ ਸੇ। ਮਾਂ ਵਾਸਤੇ ਸ਼ਬਦ ਹੈ ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੋ ਜਨਨੀ। ਉਹਨੂੰ ਧਨ ਕਿਹਾ ਗਿਆ, ਮਾਂ ਨੂੰ ਬੜਾ ਪਿਆਰ ਕੀਤਾ ਗਿਆ। ਹੁਣ ਮੈਂ ਇੱਥੇ ਬੇਨਤੀ ਕਰਦਾ ਹੁੰਨਾ, ਜਿਸ ਬੱਚੇ ਨੂੰ ਘਰ ਵਿੱਚ ਜ਼ਿਆਦਾ ਪਿਆਰ ਮਿਲੇ ਉਹਨੂੰ ਝਿੜਕਾਂ ਵੀ ਸਹਿਣੀਆਂ ਪੈਂਦੀਆਂ, ਜਿਹਨੂੰ ਅਸੀਂ ਆਪਣਾ ਕਹੀਏ ਨਾ, ਆਪਣੇ ਲਾਗੇ ਲਾਈਏ, ਉਹਨੂੰ ਅਸੀਂ ਥੋੜਾ ਜਿਹਾ ਦਬਕਦੇ ਵੀ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਮਾਂ ਨੂੰ ਥੋੜਾ ਜਿਹਾ ਦਬਕਿਆ ਵੀ ਗਿਆ। ਕਹਿੰਦੇ ਮੇਰੀਏ ਧੀਏ, ਜੇ ਤੇਰੇ ਹਿਰਦੇ ਦੇ ਵਿੱਚ ਨਾਮ ਨਹੀਂ ਨਾ ਵਸਿਆ,
तेरा नाम वसिया तेरे बच्चे विच नहीं ना गया। माफ करना, गुरु रामदास जी कहते तेनू बच्चा पैदा करने का अधिकार ही कोई नहीं। जिन हर हिरदे नाम ना बसियो, तिन मात कीजे हर बांझा, तिन सुंजी दे फिरे बिन नामे, ओ खप खप मुए कराचा। ये महाराज गुरु रामदास जी का बचन है। कहते जे तेरे हिरदे विच नाम नहीं बसिया, बच्चे विच नहीं गया, तो तेनू कहते बच्चा पैदा करने का कोई अधिकार नहीं। बाबा कबीर जी ते थोड़ा जिहा करड़े शब्द बोलते हैं। बाबा कबीर जी कहते जे कुल पूत ज्ञान ना विचारी, जिस खानदान दे विच पुत्र नूं गुरु ग्रंथ साहब का ज्ञान नहीं है, रब का ज्ञान नहीं है, जे कुल पूत ज्ञान ना विचारी, विधवा कस ना भई महतारी। वो मां कहते विधवा क्यों नहीं होगी। ये बाबा मैं तां बेनती पहला की है, पहला तुहानूं मैं प्यार दीयां गल्लां सुनाईयां, फिर बड़ा जिहा थोड़ा जिहा दबका भी, पर नाल एक गल दा ख्याल करो, जे गुर झिड़के तां मीठा, गुरु दी झिड़क नूं कदी गुस्सा नहीं कहना। गुरु दी झिड़क जिहड़ी है वो सानूं मिठिया करके मननी पवेगी। जे गुर झिड़के तां मीठा लागे। महाराज मैं बेनती कर रहा सी, मां ने बच्चे नूं सिक्ख्या देनी शुरू की, वो सिक्ख्या उहदे अंदर जिहड़ी है घर कर गई। बच्चे ने 5वीं क्लास पास की, 8वीं वास्ते उन्होंने भेजता खन्ने दे स्कूल दे विच। खन्ने दे स्कूल विच होस्टल विच उन्होंने पा दिता। राजेवाल तो खन्ना दूर सी, बच्चा उत्थे रहिंदा, मां लोकां दे घर काम करदी है ते उत्थे उन्होंने खर्चा भेजदी है। अज बच्चा 8वीं क्लास दे पेपर दे के अपने घर नूं वापस आ रहा। जदों वापस आया, लुधियाने पहुंचिया, रात पहुंचदियां पहुंचदियां उन्होंने रात पै गई, शाम पै गई। उन्हें सोचिया भी लुधियाने तो हुण राजेवाल जाना मेरे वास्ते मुश्किल है, क्यों ना मैं इदां करां, असी हिंदू परिवार चों हैगे हैं ते कुदरती गल है इत्थे कोई मंदिर होवेगा, मैं मंदिर रात कट लेना। क्योंकि देखो जे सिख है तो वह कम से कम गुरुद्वारे की भाल करेगा कि मैनू जेकर कोई मुश्किल आ गई है तो मैं गुरुद्वारा देखा, गुरुद्वारे मेरी मदद हो जाएगी। जिस तरह का जिस भी धर्म के नाल वो जुड़िया होया, कुदरती गल है मुसीबत वेले वो उदां दे बंदियां नूं लभेगा, उदां दी ठार लभेगा। उन्होंने एक मंदिर मिलिया जी, वो मंदिर दे अंदर गया तो मंदिर दे अंदर शामी पुजारी सीगा, पूजा करके हटिया तो पुजारी नूं क्या कहंदे, पुजारी जी मैं हिंदू धर्म दे विचों हाँ, मेरा बाप जिहड़ा वो राजेवाल दा एक शाहूकार है, उहदा नाम शिब्बू है। असी श्री रामचंद्र जी दियां कथावां सुनते हाँ, सीता जी दियां कथावां सुनते हाँ, भगवत गीता जी दियां कथावां सुनते हाँ। इस करके मैं बेनती करना चाहुंदा, मैं हिंदू परिवार चों हाँ, मैं आप जी को आया, रात हो गई है, मैं रहना चाहुंदा कि मैनू प्रशादा ते मैनू बिस्तरा ते मैनू कमरा रात कट्टण वास्ते मिल जाएगा। पुजारी ने कहा तू इत्थे बैठ जा, इंतजार कर। उन्हें की देखिया, थोड़ी देर बाद एक पंगत लगी है जिहदे विच बैठ के कुछ लोग लंगर छक रहे हैं। उहदे मन विच आया कि उठ के मैनू भी तो भुख लगी है, मैं भी तो पंगत विच बैठ जावां। जदों वो पंगत विच बैठा, पुजारी ने बांह फड़ी उहदी ते उहनूं उत्थों उठा दिता। कहंदे ये पंगत ऊच जात वाले ब्राह्मणां दी है, तेरे वास्ते नहीं हैगी। ये उन्होंने उतों उठा दिता। उतों उहदे मन विच बड़ा दुख होया ते पुजारी ने कहा इत्थे बैठ जा, जे प्रशादा बचिया ते ओ प्रशादा तेरे अगे सुटिया जाएगा। आ शब्द वरते है। हुण असी प्रशादा बचिया होया किहदे अगे सुटदे है, एक हुंदा खिलाउणा ते एक हुंदा सुटना। ओ तेरे अगे सुट दिता जाएगा ते तू ओ खा लवीं। ओ बच्चा रोंदा रोंदा उथों आया ते शायद तुसी किते दर्शन कीते होण। सानेवाल तो जो अमृतसर नूं माफ़ करना, जो दिल्ली नूं जाने आ, रस्ते दे विच एक गुरुद्वारा आउंदा हाईवे ते, गुरुद्वारा रेरू साहब, गुरुद्वारा रेरू साहब आउंदा। वो रेरू साहब फिर जिहड़ा सीगा राम जी दास, वो रात नूं गया। जदों रात नूं गया, दरवाजा बंद हो चुका सीगा, दरवाजे दा कुंडा खड़काया, अंदरों साध संगत जी रब्बी रूप ग्रंथी बाहर आया। रब्बी रूप ग्रंथी बाहर आया। ग्रंथी ने पूछया पुत की गल है, तू रात नूं दरवाजा खड़काया? कहंदे ग्रंथी जी मेरी मां जिहड़ी है वो सिख धर्म दे विचों है। देखो अपना उन्होंने दसना पिया, मेरी मां सिख धर्म दे विचों है, वो जपजी साहब दा पाठ करदी है। मैं
ਖੰਨੇ ਤੋਂ ਆਇਆ ਹਾਂ ਪੇਪਰ ਦੇ ਕੇ, ਮੈਨੂੰ ਰਾਤ ਪੈ ਗਈ ਹੈ। ਮੰਦਰ ਵਿੱਚ ਮੈਂ ਠਾਹਰ ਆਪਣੀ ਬਣਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ। ਕਿ ਮੈਨੂੰ ਰਾਤ ਦਾ ਪ੍ਰਸ਼ਾਦਾ ਤੇ ਰਾਤ ਰਹਿਣ ਵਾਸਤੇ ਜਗ੍ਹਾ ਮਿਲੇਗੀ? ਉਸ ਗ੍ਰੰਥੀ ਨੇ ਉਹਦਾ ਹੱਥ ਫੜਿਆ ਤੇ ਕਿਹਾ, ਪੁੱਤਰ ਤੂੰ ਅੰਦਰ ਆ, ਇੱਥੇ ਤੈਨੂੰ ਕੁੱਲੀ ਵੀ ਮਿਲੇਗੀ, ਇੱਥੇ ਤੈਨੂੰ ਜੁੱਲੀ ਵੀ ਮਿਲੇਗੀ, ਇੱਥੇ ਤੈਨੂੰ ਗੁੱਲੀ ਵੀ ਮਿਲੇਗੀ। ਗੁੱਲੀ ਮੂੰਹ ਵਿੱਚ ਪਾਉਣ ਵਾਸਤੇ ਪ੍ਰਸ਼ਾਦਾ, ਕੁੱਲੀ ਗੁੱਲੀ ਤੇ ਜੁੱਲੀ। ਕੁੱਲੀ ਹੋ ਗਿਆ ਰਹਿਣ ਵਾਸਤੇ, ਜੁੱਲੀ ਹੋ ਗਿਆ ਉੱਪਰ ਲੈਣ ਵਾਸਤੇ, ਤੇ ਗੁੱਲੀ ਹੋ ਗਿਆ ਤੈਨੂੰ ਖਾਣ ਵਾਸਤੇ। ਉਹਦੀ ਬਾਹ ਫੜ ਕੇ ਉਹਨੂੰ ਅੰਦਰ, ਉਸ ਬੱਚੇ ਨੇ ਉੱਥੇ ਰਾਤ ਕੱਟੀ। ਜਦੋਂ ਰਾਤ ਕੱਟ ਰਿਹਾ ਨਾ, ਨਾਲ ਨਾਲ ਉਹ ਰੋ ਰਿਹਾ ਬੱਚਾ। ਉਹ ਬੈਰਾਗ ਵਿੱਚ ਆਇਆ, ਉਹ ਬੈਰਾਗ ਵਿੱਚ ਆਇਆ ਤੇ ਉੱਥੇ ਉਹਨੇ ਮਨ ਵਿੱਚ ਇੱਕ ਤਹਈਆ ਕੀਤਾ, ਕਿਉਂ ਨਾ ਮੈਂ ਆਪਣੀ ਮਾਂ ਨੂੰ ਕਹਾਂ, ਮਾਂ ਮੈਂ ਸਿੱਖ ਬਣਨਾ ਚਾਹੁੰਦਾ। ਇੱਥੋਂ ਬੱਚੇ ਦੇ ਅੰਦਰ ਸਿੱਖ ਬਣਨ ਦੀ, ਹਿੰਦੂ ਧਰਮ ਦੇ ਵਿੱਚ ਪੈਦਾ ਹੋਇਆ। ਰਾਮ ਜੀ ਦਾਸ ਨਾਮ ਰੱਖਿਆ ਗਿਆ, ਕਿਉਂ ਨਾ ਮੈਂ ਸਿੱਖ ਬਣ ਜਾਵਾਂ। ਸਵੇਰੇ ਬੱਚਾ ਆਪਣੀ ਮਾਂ ਕੋਲ ਗਿਆ, ਮਾਂ ਨੂੰ ਜਾ ਕੇ ਸਾਰੀ ਵਿਥਿਆ ਦੱਸੀ। ਕਹਿੰਦਾ, ਮਾਂ ਮੈਂ ਸੁਣਦਾ ਤੇ ਹਾਂ, ਤੂੰ ਜਦੋਂ ਮੇਰੇ ਲਾਗੇ ਬੈਠਦੀ ਹੈ, ਤੂੰ ਇਕੱਲੀ ਹੁੰਨੀ ਹੈ, ਤੂੰ ਜਪਜੀ ਸਾਹਿਬ ਦਾ ਪਾਠ ਕਰਦੀ ਹੈ। ਮੈਂ ਬੇਨਤੀ ਕਰਾਂ, ਜਪਜੀ ਸਾਹਿਬ ਦਾ ਪਾਠ ਹਰ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ। ਤਾਂ ਮੈਂ ਉਦਾਹਰਨਾਂ ਦੀਆਂ ਦੋ ਤਿੰਨ। ਬਾਬਾ ਬੁੱਢਾ ਜੀ ਦਾ ਜਦੋਂ ਆਖਰੀ ਸਮਾਂ ਆਇਆ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੈਠ ਕੇ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਤੇ ਕਰਦਿਆਂ ਕਰਦਿਆਂ ਜਦੋਂ ਪਹੁੰਚੇ ਨਾ, ਜਿੰਨੀ ਨਾਮ ਤੇ ਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਆਪਣੀ ਵੀ ਛੁੱਟੀ ਕਰਾ ਲਈ ਤੇ ਇਸ ਜਹਾਨ ਤੋਂ। ਬਾਬਾ ਬੁੱਢਾ ਜੀ, ਅੱਗੇ ਚਲੀਏ ਆਪਾਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋ ਰਹੀ ਹੈ, ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿ ਰਹੇ ਆ, ਤੂੰ ਜਿਹੜਾ ਕੰਮ ਕਰਨਾ ਕਰ, ਮੈਨੂੰ ਜਪਜੀ ਸਾਹਿਬ ਦਾ ਪਾਠ ਕਰ ਲੈ। ਭਾਈ ਸਾਹਿਬ ਭਾਈ ਸਤੀ ਦਾਸ ਦੀ ਜਦੋਂ ਸ਼ਹਾਦਤ ਹੋ ਰਹੀ ਹੈ, ਭਾਈ ਸਤੀ ਦਾਸ ਦੇ ਜਦੋਂ ਸਿਰ ਦੇ ਉੱਪਰੋਂ ਆਰਾ ਚੀਰਿਆ ਜਾ ਰਿਹਾ, ਤੇ ਭਾਈ ਸਤੀ ਦਾਸ ਕਹਿੰਦੇ, ਤੁਸੀਂ ਆਰਾ ਚੀਰੋ, ਮੈਨੂੰ ਨਾ ਡਿਸਟਰਬ ਕਰੋ। ਹਾਂ, ਇੱਕ ਕੰਮ ਕਰਿਓ, ਆਰਾ ਸਿੱਧਾ ਚਲਾਇਓ, ਕਿਤੇ ਕਿਸੇ ਨੂੰ ਇਹ ਨਾ ਹੋਵੇ ਕਿ ਆਰਾ ਬਿੰਗਾ ਹੋ ਗਿਆ, ਮੈਂ ਥੱਲੋਂ ਦੁੱਖ ਦੇ ਨਾਲ, ਤਕਲੀਫ ਦੇ ਨਾਲ ਹਿੱਲ ਗਿਆ। ਆਰਾ ਸਿੱਧਾ ਚਲਾਇਓ ਤੇ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ। ਗੁਰੂ ਤੇਗ ਬਹਾਦਰ ਜੀ ਦੀ, ਮਹਾਰਾਜ ਦੀ ਸ਼ਹਾਦਤ ਹੋ ਰਹੀ ਹੈ। ਸਵੇਰੇ ਮਹਾਰਾਜ ਨੇ ਖੂਹੀ ਚੋਂ ਇਸ਼ਨਾਨ ਕੀਤਾ। ਕਦੀ ਸੀਸਗੰਜ ਸਾਹਿਬ ਗਏ ਹੋ? ਉੱਥੇ ਅੰਦਰ ਖੂਹ ਦੇਖਿਆ ਕਦੀ? ਉੱਥੋਂ ਜ਼ਰੂਰ ਚੂਲਾ ਲੈ ਕੇ ਆਇਆ ਕਰੋ। ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਕੋਲ ਜਾਇਆ ਕਰੋ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਕੋਲ ਮੱਥਾ ਟੇਕ ਕੇ ਉੱਥੇ ਵੀ ਬਾਹਰ ਜਿਹੜਾ ਚੂਲਾ ਜਿਹੜਾ ਦਿੱਤਾ ਜਾਂਦਾ, ਜ਼ਰੂਰ ਲੈ ਕੇ ਆਇਆ ਕਰੋ। ਮੈਂ ਤੇ ਜਦੋਂ ਵੀ ਜਾਣਾ, ਮੇਰੀ ਹਾਜ਼ਰੀ ਹੁੰਦੀ ਹੈ, ਮੈਂ ਤੇ ਉੱਥੋਂ ਇੱਕ ਦੋ ਬੋਤਲਾਂ ਭਰ ਕੇ ਲੈ ਕੇ ਆਉਣਾ, ਆਪ ਵੀ ਰੱਖਦੇ ਹਾਂ ਤੇ ਸੰਗਤ ਨੂੰ ਆਸੇ ਪਾਸੇ ਵੰਡਦੇ ਹਾਂ। ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਸਾਹਿਬ ਜੀ ਗਏ ਆ, ਉਹ ਫਿਰ ਪਿੱਛੋਂ ਫੋਨ ਕਰ ਦਿੰਦੇ, ਭਾਈ ਸਾਹਿਬ ਜੀ ਸਾਡੇ ਵਾਸਤੇ ਅੰਮ੍ਰਿਤ ਲੈ ਕੇ ਆਇਓ। ਕਿਉਂਕਿ ਉੱਥੇ 20 ਤੋਂ 22 ਘੰਟੇ ਤਕਰੀਬਨ ਰੋਜ਼ਾਨਾ ਉੱਥੇ ਬਾਣੀ ਪੜ੍ਹੀ ਜਾਂਦੀ ਹੈ। ਚਲੋ ਆਪਾਂ ਅੱਗੇ ਚਲੀਏ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੈਗੇ ਆ। ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਕਿ ਜਪਜੀ ਸਾਹਿਬ, ਇੱਕ ਨਾ ਤੁਹਾਨੂੰ ਮੈਂ ਸਾਖੀ ਨਾਲ ਜੋੜਾਂ। ਕਵੀ ਸੰਤੋਖ ਸਿੰਘ ਜੀ ਕੋਲ, ਕਵੀ ਸੰਤੋਖ ਸਿੰਘ ਕੋਲ ਇੱਕ ਸਿੱਖ ਆਇਆ ਜੀ, ਬੜਾ ਤਿਆਰ ਹੋ ਕੇ। ਅੱਜ ਸਾਡੇ ਪਤਾ ਕੀ ਹਾਲਾਤ ਹੈ, ਮਾਫ ਕਰਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਅੱਜ ਸਾਡੇ ਹਾਲਾਤ ਹੈ, ਅਸੀਂ ਬਾਹਰੋਂ ਪੂਰੀ ਤਿਆਰੀ ਕੀਤੀ ਹੋਈ ਹੈ, ਅੰਦਰੋਂ ਅਸੀਂ ਖਾਲੀ ਹੈ। ਇਹਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆ? ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀ। ਆਹ ਸਾਡੇ ਹਾਲਾਤ ਹੈ ਮਹਾਰਾਜ ਜੀ। ਔਰ ਮੇਰੇ ਨਾਲ ਇਹ ਪ੍ਰੈਕਟੀਕਲੀ ਵਾਪਰਿਆ। 3-4 ਸਾਲ ਪਹਿਲਾਂ ਮੈਂ ਕਪੂਰਥਲੇ ਤੋਂ ਕਰਤਾਰਪੁਰ ਵੱਲ ਆ ਰਿਹਾ, ਜਿਹੜਾ ਵਿੱਚੋਂ ਵਿੱਚ ਰਸਤਾ ਹੈਗਾ, ਕਪੂਰਥਲੇ ਤੋਂ ਕਰਤਾਰਪੁਰ ਰਸਤਾ ਵਿੱਚੋਂ ਵਿੱਚ। ਇੱਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਚੱਕਰ ਸਜਾਏ ਹੈ, ਤੇ ਉਹਨੇ ਅੱਗੇ ਹੱਥ ਦੇ ਦਿੱਤਾ। ਤੇ ਮੇਰੀ ਆਦਤ ਹੈ, ਜੇ ਤੇ ਮੈਂ ਗੱਡੀ ਤੇ ਕੱਲਾ ਜਾਂ ਸਿੰਘਣੀ ਹੈ, ਤੇ ਅਸੀਂ ਚਲੋ ਬਾਣੀ ਪੜ੍ਹਦਿਆਂ ਆਪਣਾ ਜਿਹੜਾ ਸਫ਼ਰ ਹੈ ਉਹ ਅਸੀਂ ਕਰੀਦਾ। ਮੈਂ ਇਕੱਲਾ ਸੀਗਾ, ਮੈਂ ਗੱਡੀ ਦੀ ਬ੍ਰੇਕ ਮਾਰੀ, ਮੈਂ ਅੱਗੇ ਬਿਠਾ ਲਿਆ, ਤੇ ਮੈਨੂੰ ਕਹਿੰਦਾ ਬਾਬਾ ਜੀ ਉਦੋਂ ਤੱਕ ਜਾਣਾ। ਮੈਂ ਘੱਟ ਬੋਲਿਆ ਕਿਉਂਕਿ ਪਾਠ ਕਰ ਰਿਹਾ ਸੀਗਾ। ਮੈਂ ਉਹਨੂੰ ਫਿਰ ਕਿਹਾ, ਮੈਂ ਕਿਹਾ ਇੱਦਾਂ ਕਰ, ਤੂੰ ਨਾਲ ਬੈਠ ਗਿਆ, ਤੇਰਾ ਵੀ 15 ਕੁ ਮਿੰਟ ਦਾ ਸਫ਼ਰ ਹੈ, ਮੈਨੂੰ ਜਪਜੀ ਸਾਹਿਬ ਚਲੋ ਆਪਾਂ ਸ਼ੁਰੂ ਕਰੀਏ। ਮੈਨੂੰ ਪਤਾ ਕੀ ਕਹਿੰਦਾ? ਕਹਿੰਦਾ ਜਪਜੀ ਤੇ ਮੈਨੂੰ ਆਉਂਦਾ ਨਹੀਂ, ਤੇਰਾ ਭਲਾ ਹੋ ਜੇ। ਸ੍ਰੀ ਸਾਹਿਬ ਪਾਇਆ, ਇੰਨੀ ਤਿਆਰੀ ਕੀਤੀ, ਚੋਲਾ ਪਾਇਆ, ਸਿਰ ਤੇ ਚੱਕਰ ਵੀ ਸਜਾਏ, ਤੇ ਜਪਜੀ ਸਾਹਿਬ ਕਹਿੰਦਾ ਮੈਂ ਤੇ ਹਲੇ ਹੁਣੇ ਹੀ ਕਹਿੰਦਾ ਖੰਡੇ ਬਾਟੇ ਦੀ ਪੌਲ ਛਕੀ ਹੈ।
मैं क्या चल कोई गल नहीं, तू मेरे नाल ते मैं क्या कर सकदा। वो नहीं उतरना सी करतारपुर, वो 3 मिनट बाद कहंदा मैनूं आह पिंड ही ला दो, कहंदा पेख दिखाए जगत को माफ करना, ये असलीयत है साडी। असी बाहरों साडी पूरी तैयारी है, अंदरों साडी कोई तैयारी नहीं। पेख दिखाए जगत को लोगन को बस कीन। गुरु गोबिंद सिंह जी महाराज कहते मैं ये बेनती करन लगा सीगा, वो सिख जिहड़ा सी कवि संतोख सिंह कोल आया, कवि संतोख सिंह कोल आया, पूरी तैयारी की, बाहर दी गात्रा पाया मेरे वर्गा है ना, दस्तार भी सजाई, सोहना दाड़ा ते आके कहंदा, कवि संतोख सिंह ने कहा भी तू सिख किहदा वै? कहंदा मैं तैनूं पता नहीं, कहंदा मेरा गात्रा देख, मेरा चेहरा देख, मैं गुरु नानक दा सिख है। कहंदे बह जा मेरे कोल। जदों बिठाया उन्होंने कोल ना, ते कवि संतोख सिंह कहंदे पुत जपजी कंठ है। जो इन्नी गल कही तो ਉਹਦੇ अंदर इदां होया जिद्दां कोई अग लग गई हुंदी। छाल मार के उठिया, कहता तू मैनू सवाल करने शुरू करते। उत्थे फिर कवि संतोख सिंह जी पता की कहंदे, कहंदे सिख गुरु का होए गयो, अपने आप नूं गुरु दा सिख होंदा, सिख गुरु का होए गयो, जपजी कंठ न कीन, तंदुल बिन तुख कहे काम, तैसे सिख को चीन। तंदुल बिन तुख ਇਹਦੇ अर्थ करांगा, उपरी पंक्ति नूं समझ आ गई होवेगी। सिख गुरु का होए गयो, जपजी कंठ ना कीन। फिर तेरे हालात की है? कहंदे चौलां दे झोने नूं वड्ढिया गया, तंदुल मैंने दाने, तुख मैंने उहदे बाहरली छिक्कड़। कहंदे मालक ने की कीता, चौल वखरे कर ले ते जिहड़ा छिलका सी ना उहदी ट्राली भर के ते बाजार उत्थे लै गया मंडी बेचण वास्ते। ते मंडी वाले कहंदे लै जा इहनूं आगू गला के सुੱਟ दे। तंदुल, तंदुल की है सिखा? तंदुल तेरे अंदर जपजी है। आ शरीर तेरा उहदा तुख है, ये शरीर तेरा एक छिलका वै। जे तू कला छिलका लैके परमात्मा की दरगाह दे विच जावेगा ना, ते महाराज कहंदे ये कबूल नहीं होना। महाराज कहंदे फिर तेनू जे तू कला छिलका लैके जावेगा, फिर रे रे दरगह, फिर तेनू ओए ओए कह के पुकारनगे। जे तेरे कोल जपजी है ते महाराज कहंदे तेनू कहणगे रे रे दरगह कहे ना कहू, आओ बैठ आदर शुभ। ये गुरु ग्रंथ साहब के बचन है। साध संगत जी जप दे नाल शब्द आउंदा निशान। तुसीं देखो गुरु ग्रंथ साहब जी का तत्करा, तत्करे के उपर लिखा जप निशान। निशान दे मैं दो अर्थ करके जावांगा, विद्वाना ने किते। निशान दे अखरी अर्थ है राहदारी। निशान दे अखरी अर्थ की है? तुसीं इटली तो दूजे शहर जाओ तो आपां राहदारी दिन्ने आ ना, जिन्हों आपां चुंगी कहने आ। तो जो चुंगी तुसीं कटाने हो तो अगले शहर वाला तुहानूं नहीं पुछदा, जा कहंदा तू घुम कहंदा 24 घंटिया वास्ते जिन्ने समय की हुंदी है। ਇਹਦਾ मतलब सिखा तेरे कोल जपजी है। जदों तू लोक नूं छड्ड के परलोक विच जावेगा तैनूं कोई नहीं पुछेगा। उत्थे जमदूत बैठे आ राहदारी, तू फिर उत्थे कहना आ देखो मेरे को जपजी की पर्ची है। दूसरा जप निशान दे अर्थ कीते आ मोहर। कहंदे मोहर की है? एक लैटर पैड होवे, लैटर पैड ते कोई मोहर ला लवे, माफ करना लैटर पैड कोई चोरी कर लवे ते उस लैटर पैड की कोई कीमत नहीं, जिन्नी देर तक उस मालक दे ओ फर्म की उहदे ते मोहर नहीं लगती। ये लैटर पैड, ये शरीर तेरा एक कागज़ का बनिया लैटर पैड है। ये तू जपजी की मोहर ला के परिपूर्ण परमात्मा की दरगाह विच जाना। जो तू जाएगा, जिद्दां वो लैटर पैड ते लगी मोहर सरकारे दरबारे चलती है, इस तरह तेरे शरीर ते लगी जपजी की मोहर जिहड़ी है ना, वो तेनू सरकार ते सरकारे दरबारे तेनू मान ते सन्मान देवेगी। मैं बेनती कर रहा सीगा, कहंदा मां मैं सुनदा तां हां कि तू जपजी पढ़दी है, पर कहंदा मां मेरा दिल करदा कि मैं भी सिख बन जावां, मां मैं भी सिख बन जावां। मां ने उन्होंने सीने नाल लाया, समा अपनी चाल दे नाल चलदा गया। जी सुनियो हुण अगे की होया। फतेहगढ़ साहिब का जोड़ मेला आया, फतेहगढ़ साहिब का जोड़ मेला आया दसंबर दे विच। ते मैं तुहानूं बेनती करना चाहुंदा, मैं वैसे ना किते आउणा चाहुंदा मैं दसंबर दे महीने दे विच कि साहिबजादियां दी गाथा किते आपां वड्डे पद्धर ते होवे ते 10-15 दिन ला के उन्हां दियां बातां पाईए। आपां इन्हां 15 दिनां दे विच मैं बेनती करना चाहुंदा तुहानूं सारिआं नूं, जिन्ने क सुणदे हो, अपने घरां दे विच चंगे पकवान ना पकाया करो। सिंपल दाल फुलका खा लिया करो। घर दे विच बहुता चहचहाउणा ते खुशी करनी इन्हां 15 दिनां च ना करिया करो, क्योंकि ये 15 दिन
ਕਾਹਦੇ ਵਾਸਤੇ ਹੈਗੀ ਹੈ? ਬੱਚਿਆਂ ਨੂੰ ਗੋਦੀ ਵਿੱਚ ਬਿਠਾ ਕੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣ ਵਾਲੇ, ਕਿਉਂਕਿ ਉਹ ਇਹ ਸਮਾਂ ਸਾਡਾ ਇੱਕ ਬੈਰਾਗ ਵਾਲਾ ਸਮਾਂ। ਠੀਕ ਹੈ, ਸਮਾਂ ਬੈਰਾਗ ਵਾਲਾ ਵੀ ਹੈ, ਪਰ ਸਾਨੂੰ ਇੱਕ ਮਾਣ ਵੀ ਹੈ ਉਹਨਾਂ ਤੇ, ਮਾਣ ਵੀ ਹੈ ਉਹਨਾਂ ਤੇ ਵੀ ਉਹਨਾਂ ਨੇ ਸਾਡੇ ਵਾਸਤੇ ਦਿੱਤੀਆਂ ਸ਼ਹਾਦਤਾਂ। ਪਰੰਤੂ ਕਮ ਸੇ ਕਮ, ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਇੱਕ ਮਹੀਨਾ ਆਉਂਦਾ ਜੀ, ਮੁਹੱਰਮ ਦਾ ਮਹੀਨਾ। ਮੁਹੱਰਮ ਦੇ ਮਹੀਨੇ ਦੇ ਵਿੱਚ ਉਹ ਨੰਗਾ ਪਿੰਡਾ ਕਰਕੇ ਜਲੂਸ ਕੱਢਦੇ ਐ ਤੇ ਸੰਗਲਾਂ ਦੇ ਨਾਲ ਆਪਣੇ ਪਿੰਡੇ ਤੇ ਮਾਰ ਮਾਰ ਕੇ ਉਹ ਚੋਂ ਖੂਨ ਕੱਢਦੇ ਐ, ਕਿਉਂਕਿ ਉਸ ਮਹੀਨੇ ਦੇ ਵਿੱਚ ਮੁਹੰਮਦ ਸਾਹਿਬ ਦੇ ਦੋਤਰਿਆਂ ਨੂੰ ਭੁੱਖੇ ਤੇ ਪਿਆਸੇ ਰੱਖ ਕੇ ਸ਼ਹੀਦ ਕੀਤਾ ਗਿਆ ਸੀ। ਉਹ ਇਦਾਂ ਮਨਾਉਂਦੇ ਆ ਮੁਹੱਰਮ ਦਾ ਮਹੀਨਾ। ਕਿਤੇ ਮੁਸਲਮਾਨ ਤੁਸੀਂ ਪੁੱਛ ਕੇ ਦੇਖਿਓ, ਜਾਣੀ ਕਿ ਤੇ ਸਾਡੇ ਤੇ ਉਹਨਾਂ ਦੇ ਤੇ 2 ਸ਼ਹੀਦ ਹੈ, ਉਹ ਤਾਂ ਮਨਾਉਂਦੇ ਆ। ਇੱਥੇ ਤੇ ਭਾਈ ਸਾਹਿਬ ਜੀ ਇੱਕ ਦਿਨ 'ਚ 2 ਵਾਰੀ ਅਰਦਾਸ ਕਰਦੇ ਆ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ, ਕਿੰਨੀ ਗਿਣਤੀ ਸਿੰਘਾਂ ਦੀ ਨਹੀਂ ਪਤਾ, ਸਿੰਘਣੀਆਂ ਦੀ ਗਿਣਤੀ ਨਹੀਂ ਪਤਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਉਸ ਸਮੇਂ ਸਿੱਖ ਨੂੰ ਸ਼ਹੀਦ ਕਰਨ ਦਾ ਜਿੰਨੇ ਵੀ ਤਰੀਕੇ ਸੀ ਨਾ, ਉਹ ਇਸ ਮੁਗਲ ਸਰਕਾਰ ਨੇ ਵਰਤਿਆ ਜੀ। ਹਲੇ ਇਹ ਤਰੀਕੇ ਘੱਟ ਵੈ, ਲੇਕਿਨ ਪਤਾ ਨਹੀਂ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿੰਨਾਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਦੋਂ ਭਾਈ ਸਾਹਿਬ ਕਹਿੰਦੇ ਨਾ ਬੋਲੋ ਜੀ ਵਾਹਿਗੁਰੂ, ਉਦੋਂ ਮੇਰੇ ਬੱਚਿਆਂ ਨੂੰ ਪਤਾ ਕਿ ਅਸੀਂ ਅਰਦਾਸ 'ਚ ਖੜੇ ਆ, ਉੱਦਾਂ ਕਿਤੇ ਬਿਜ਼ਨਸ ਹੀ ਕਰੀ ਜਾਂਦੇ ਆ ਪੂਰੀ ਅਰਦਾਸ ਵਿੱਚ। ਦੇਖ ਲਓ ਤੁਸੀਂ ਧਿਆਨ ਦੇ ਨਾਲ, ਆ ਹੁਣ ਅਰਦਾਸ ਹੋਣੀ ਹੈ, ਇਮਾਨਦਾਰੀ ਦੇ ਨਾਲ ਕਾਪੀ ਪੈਨ ਲਾ ਕੇ ਬੈਠਿਓ। ਭਲਾ ਅਸੀਂ ਉਦੋਂ ਜਦੋਂ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ ਭਾਈ ਸਾਹਿਬ ਪੜ੍ਹਨਗੇ, ਕੁਛ ਨਹੀਂ ਯਾਦ ਕੀ ਹੋ ਰਿਹਾ। ਮੈਂ ਕਮ ਸੇ ਕਮ ਕਹਿੰਦਾ, ਕਮ ਸੇ ਕਮ ਅਰਦਾਸ ਦੇ ਵਿੱਚ ਸਿੱਖਾ ਤੇਰੇ ਅੰਦਰ ਬੈਰਾਗ ਆਉਣਾ ਚਾਹੀਦਾ। ਜੇ ਬੈਰਾਗ ਨਹੀਂ ਹੁੰਦਾ ਨਾ, ਤੇ ਕਮ ਸੇ ਕਮ ਮਨ ਦੀਆਂ ਇੰਦਰੀਆਂ ਨੂੰ ਕਾਬੂ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਉਹਨਾਂ ਨੂੰ ਯਾਦ ਕਰ ਜਿਨ੍ਹਾਂ ਨੇ ਇਹ ਕੁਝ ਕੀਤਾ। ਖੈਰ, ਉਹ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਜੀ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਚੱਲਿਆ ਤੇ ਮਹਿਤਾਬ ਕੌਰ ਤੇ ਪੁੱਤਰ ਰਾਮ ਜੀ ਦਾਸ ਦੋਨੋਂ ਗਏ ਆ ਜੀ, ਦੋਨੋਂ ਗਏ ਆ। ਤੇ ਕੀ ਹੋਇਆ, ਇੱਕ ਪੰਗਤ ਵਿੱਚ ਬੈਠੇ ਲੰਗਰ ਛਕ ਰਹੇ। ਹੁਣ ਅੱਗੇ ਗੱਲ ਦੇਖਿਓ, ਜਦੋਂ ਪੰਗਤ ਵਿੱਚ ਬੈਠੇ ਲੰਗਰ ਛਕ ਰਹੇ ਆ ਨਾ, ਤੇ ਉਹਨਾਂ ਦੀ ਪੰਗਤ ਦੇ ਵਿੱਚ ਇੱਕ ਸਰਦਾਰ ਜਿਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾਏ ਹੋਏ ਆ, ਉਹਦੀ ਪੱਗ ਦਾ ਤੁਰਲਾ ਵੀ ਕੱਢਿਆ ਹੋਇਆ, ਉਹਦੀ ਪੋਸ਼ਾਕ ਵੀ ਬੜੀ ਮਹਿੰਗੀ ਹੈ। ਤੇ ਪੁੱਛ ਬੇਟਾ, ਮਾਂ ਇਹ ਕੌਣ ਹੈ ਜਿਹੜਾ ਆਪਣੀ ਪੰਗਤ ਵਿੱਚ ਬੈਠਾ? ਤੇ ਮਾਂ ਪਤਾ ਕੀ ਕਹਿੰਦੀ ਹੈ? ਕਹਿੰਦੀ ਪੁੱਤਰ, ਇਹ ਪਟਿਆਲੇ ਦਾ ਮਹਾਰਾਜਾ ਭੁਪਿੰਦਰ ਸਿੰਘ ਹੈ। ਹੈ ਮਾਂ, ਰਾਜਾ ਸਾਡੀ ਪੰਗਤ ਵਿੱਚ ਬੈਠਾ? ਕਹਿੰਦੀ ਹਾਂ ਪੁੱਤ, ਇਹ ਗੁਰੂ ਨਾਨਕ ਦਾ ਘਰ ਹੈ। ਇਸ ਘਰ ਦੇ ਵਿੱਚ ਤੇ ਅਕਬਰ ਵੀ ਆ ਕੇ ਪੰਗਤ ਵਿੱਚ ਬਹਿ ਕੇ ਲੰਗਰ ਛਕ ਕੇ ਗਿਆ ਸੀਗਾ। ਇਸ ਘਰ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਆਵਾਜ਼ ਆ ਰਹੀ ਹੈ ਪੁੱਤਰ, ਇੱਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਇੱਥੇ ਆਵਾਜ਼ ਆ ਰਹੀ ਹੈ ਪੁੱਤਰ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਇਸ ਘਰ ਵਿੱਚੋਂ ਆਵਾਜ਼ ਆ ਰਹੀ ਹੈ ਪੁੱਤਰ, ਅੱਗੇ ਜਾਤ ਨਾ ਜੋਰ ਹੈ। ਕੋਈ ਊਚ ਨੀਚ ਨਹੀਂ ਹੈ ਇਸ ਘਰ ਵਿੱਚ, ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਇੱਥੇ ਜਾਤ ਪਾਤਾਂ ਤੇਰੀਆਂ ਇੱਥੇ ਰਹਿ ਜਾਣੀਆਂ। ਉਹ ਪਰਮਾਤਮਾ ਨੇ ਤੇਰੀਆਂ ਜਾਤਾਂ ਪੁੱਛ ਕੇ ਤੇਰਾ ਫੈਸਲਾ ਨਹੀਂ ਉਹ ਕਰਨਾ, ਤੇਰੀਆਂ ਪਾਤ ਪੁੱਛ ਕੇ ਫੈਸਲਾ ਨਹੀਂ ਕਰਨਾ। ਮਾਫ ਕਰਨਾ, ਸਾਡੇ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ, ਪਰ ਨਾ ਤੇ ਤੁਸੀਂ ਸਮਝ ਸਕੇ ਹੋ ਤੇ ਨਾ ਮੈਂ ਸਮਝ ਸਕਿਆ। ਕਮੀਆਂ ਸਾਡੇ ਵਿੱਚ ਰਹਿ ਗਈਆਂ ਕਿਸੇ ਨਾ ਕਿਸੇ ਪਾਸੇ। ਅਸੀਂ ਅੱਜ ਵੀ ਆਪਣੀ ਬਰਾਦਰੀ ਦਾ ਬੱਚਾ ਦੇਖ ਕੇ ਉਹਦੇ ਮਗਰ ਭੱਜਣ ਦੀ ਕੋਸ਼ਿਸ਼ ਕਰਦੇ ਹਾਂ। ਮਾਫ ਕਰਨਾ, ਇਹ ਅਸਲੀਅਤ ਹੈ। ਜਾਣੀ ਕਿ ਮਹਾਰਾਜ ਕਹਿੰਦੇ, ਉਹ ਮਾਂ ਕਹਿੰਦੀ ਹੈ, ਇੱਥੇ ਆਵਾਜ਼ ਆ ਰਹੀ ਹੈ, ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਫਿਰ ਉਸ ਬੱਚੇ ਨੇ ਕਿਹਾ, ਕਹਿੰਦਾ ਮਾਂ ਹੁਣ ਤਾਂ ਮੈਨੂੰ ਸਿੱਖ ਬਣਾ ਹੀ ਦੇ। ਉਹ ਮਾਂ ਨੇ ਉਹਨੂੰ ਫਿਰ ਸਿੱਖੀ ਵਾਲੇ ਪਾਸੇ ਉਹਦੇ ਕੇਸ, ਕਿਉਂਕਿ ਇੰਨੇ ਸਮੇਂ ਦੇ ਵਿੱਚ ਕੀ ਹੋਇਆ, ਸ਼ਿੱਬੂ ਮੱਲ ਦੀ ਮੌਤ ਹੋ ਗਈ। ਜਿਹੜਾ ਸ਼ਿੱਬੂ ਮੱਲ ਨੇ ਪੈਸਾ ਵਿਆਜੋਂ ਦਿੱਤਾ ਸੀਗਾ, ਸ਼ਾਹੂਕਾਰ ਸੀ ਨਾ, ਜਿਹੜਾ ਪੈਸਾ ਵਿਆਜੋਂ ਦਿੱਤਾ ਸੀਗਾ, ਉਹਦਾ ਸਾਰਾ ਪੈਸਾ ਮਰ ਗਿਆ।
ਇਹ ਘਰ ਆਈ, ਘਰ ਰਹਿੰਦੀ ਸੀਗੀ, ਉਹਦੀ ਪਹਿਲੀ ਘਰ ਵਾਲੀ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਹਦੇ ਬੱਚਿਆਂ ਨੇ ਇਹਦੇ ਬੱਚੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅੱਜ ਜਿਹੜੀ ਮਹਿਤਾਬ ਕੌਰ ਹੈ ਤੇ ਰਾਮਜੀ ਦਾਸ, ਜਿਨ੍ਹਾਂ ਦਾ ਨਾਮ ਰੱਖਿਆ ਫਿਰ ਪੂਰਨ ਸਿੰਘ, ਇਹ ਅੱਜ ਨੀਲੀ ਚਾਦਰ ਦੇ ਥੱਲੇ ਇਕੱਲੇ ਹੀ ਹੈ ਜੀ। ਇਹਨਾਂ ਦੇ ਸਿਰ ਤੇ ਕੋਈ ਚਾਦਰ नहीं है, कोई छत नहीं है, ये नीली छत के थले समा गुजारते हैं। मां ने की किया, मां ने बच्चे नूं 10वीं की पढ़ाई के वास्ते खन्ने स्कूल दे फिर उत्ते होस्टल च पाता। आप चली गई लाहौर मिंट गुमरी, किसी डॉक्टर के घर दे विच जाके उन्हें पोचियां का काम, सफाइयां का काम करना शुरू करता। वो मां उत्थों फीसां भेज रही है, मां उत्थों पैसा भेज रही है, बच्चा जिहड़ा सीगा पढ़ रहा। लेकिन परमात्मा की मर्जी की होई, वो बच्चा 8वीं चों भी 2 बार पहला फेल हो चुका सी, फिर पास होया ते 10वीं की पढ़ाई दे विच भी बच्चा फेल हो गया। जदों फेल हो गया ना ते फिर उहदे टीचर ने पूछया, कहंदे पुत तेरा पढ़न नूं दिल नहीं करता, तेरे तू पढ़ाई च इन्ना नलैक है। तो मैं इत्थे बेनती करां, ये जिहड़ियां रब्बी रूहां हुंदियां ना, जिन्हां तो गुरु ग्रंथ साहब ने सेवा लैनी हुंदी ना, उन्हां दे बारे महाराज कहंदे जो प्राणी गोविंद ध्यावे, पढ़िया अनपढ़िया परमगत पावे। बाबा कबीर जी कहंदे मैं जाणियो पढ़बो भलो, पढ़बे स्यों भल जोग, भगत ना छाडू राम की भावें निंदो लोग। बाबा कबीर जी कहंदे मैनू लोकां ने समझाया पढ़ाई, जे समा हो गया तो मैनू दस दो, आपां ये प्रसंग कल ले लीए, क्योंकि अज थोड़ा लंबा हो गया प्रसंग, मैनू भी लग रहा अपने आप को। बाबा कबीर जी कहंदे मैं जानियो पढ़बो भलो, पढ़बे स्यों भल जोग। बाबा कबीर नू किसी ने कहा पढ़ाई कर, ते बाबा कबीर जी कहंदे पढ़ाई दे नालों ओहदे नाल जोड़ना मैनू चंगा लगदा। क्या पढ़िए क्या सुनिए, क्या वेद क्या पढ़िए क्या गुणिए, क्या वेद विचारा सुनिए, पढ़े गुणे क्या होई जो सहज ना मिलियो। पढ़ाई का की फायदा जे तेरे अंदर सहज नहीं आया। महाराज कहते जे तेरे अंदर सहज नहीं आया। मां उन्हें क्या कहती, पुत पढ़न नूं दिल नहीं करता। इस गल की वार्ता जिहड़ी है ना, वो मिंट गुमरी उस डॉक्टर को पहुँच गई। हुण डॉक्टर नूं ये लगा कि जे मैं महताब कौर नूं दसता ते महताब कौर ते हो जानी पागल, बेचारी मां ना, फिर उहदा कोई आसरा नहीं है। मां इन्हें दुखी होना, क्यों ना मैं इनू कवां जा महताब तेनू मैं महीने की छुट्टी दिना, खर्चा दिना, ते अपने बच्चे नू मिलिया, इनू उत्थे जाके पता लगे। महताब कौर उत्थों चली है, स्टेशन ते पहुंची है, डिग गई है, उहदा एक्सीडेंट हो गया, सट लग गई। वो फिर डॉक्टर को आई है, डॉक्टर ने सुनिया भेजिया, बच्चा उत्थे आ गया, मिंट गुमरी बच्चा आ गया, लाहौर आ गया। बच्चे ने माँ की सेवा की है, माँ ठीक हो गई है। माँ उत्थों चली है तो माँ पहुंची है डेरा साहब, जिथे धन धन गुरु अर्जुन देव जी महाराज का शहीदी अस्थान है लाहौर। उत्थे पहुंची है, उत्थे ग्रंथी नूं फिर मिली है, ग्रंथी फिर वो रब्बी रूह वाला मिलिया। मैं एक बेनती करा, जदों तुसी चंगे रस्ते ते चलदे हो ना, फिर परिपूर्ण परमात्मा तुहाडे उदां दे ढो मेले बनाई जांदा। उस ग्रंथी का नाम सी भाई साहब भाई गुरमुख सिंह जी। गुरमुख सिंह नूं बेनती कीती है, कहते भाई साहब कि मैं ते मेरा बच्चा गुरुद्वारा साहब दे विच कुछ सानू रहन वास्ते जगह मिल सकती है, असी गुरुद्वारे थोड़ी बहुती सेवा जिहड़ी है समर्था के मुताबिक करी जावांगे। ग्रंथी कहंदा धी तू क्यों इदां कहनी पई है, धीए आ बच्चा भी लैके आ, मैं तेनू छोटी जी कारीगर मंगा के मैं छन पवा देना इट्टां दी, तू उत्थे धीए रही जा। समा अपनी चाल नाल चलदा गया ते जिहड़ा रामजी दास का नाम रखिया गया पूरण सिंह। उत्थे फिर की होया, तकरीबन 1930 दे विच गुरु अर्जन देव जी का शहीदी दिहाड़ा मनाया गया। तो जदों उदों मनाते सी ना, पंजाब तो भी संगत उत्थे जाती सी लाहौर, क्योंकि आउण जाण खुला सीगा, बार्डर नहीं सीगा। ते उत्थे जदों अमृत संचार होया, उत्थे फिर माँ ने भी खंडे बाटे की पौल लई ते बच्चे नूं भी उन्होंने खंडे बाटे की पौल दित्ती ते उन्होंने पौल दे के उहदा नाम रखिया गया पूरण सिंह। अच्छा, असीं उन्होंने याद करते हैं भगत पूरण सिंह। मैं वैसे भगत शब्द के अर्थ करना चाहुंदा, गुरु ग्रंथ साहब च भगत किनू कहा गया। बाबा फरीद जी कहते हैं भगत कौन है, मत हुंदी होए इयाना, पहला गुण भगत दा। बड़ा सियाणा पढ़िया लिखिया विद्वान, कथा स्टेज ते करदा, बल्ले बल्ले कराउंदा, लेकिन जदों इहदे सामने आउणा ना, मत हुंदी होए
ਨਿਆਣਾ ਬਣ ਕੇ ਆਉਣਾ। ਇੱਥੇ ਆ ਕੇ ਕਹਿਣਾ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਨਾ। ਮਤ ਹੁੰਦੀ ਹੋਏ ਇਹ ਆਣਾ, ਆਪਣੀ ਵਿਦਵਤਾ ਇਹਦੇ ਅੱਗੇ ਨਹੀਂ। ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ, ਮੈਨੂੰ ਕਈ ਵਾਰੀ ਕਹਿੰਦੇ ਆ ਸਟੇਜ ਤੇ, ਕਹਿੰਦੇ ਭਾਈ ਸਾਹਿਬ ਬੜੀ ਮਿਹਨਤ ਨਾਲ ਬੋਲਦੇ ਹੋ। ਮੈਂ ਕਿਹਾ ਮਿਹਨਤ ਨਾ ਕਿਹਾ ਕਰੋ, ਉਹਦੀ ਰਹਿਮਤ ਕਹਿ ਦਿਆ ਕਰੋ। ਉਹ ਰਹਿਮਤ ਕਰਦਾ ਤੇ ਮਿਹਨਤ ਹੁੰਦੀ ਹੈ। ਅਦਰਵਾਈਜ਼ ਸਾਡੀ ਕੀ ਔਕਾਤ ਹੈ ਕਿ ਅਸੀਂ ਇੱਕ ਅੱਖਰ ਵੀ ਬੋਲ ਜਾਈਏ, ਜਿੰਨੀ ਦੇਰ ਤੱਕ ਉਹਦੀ ਰਹਿਮਤ ਨਹੀਂ ਹੈ, ਜਿਸ ਦੇਰ ਤੱਕ ਉਹਦੀ ਬਖਸ਼ਿਸ਼ ਨਹੀਂ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ, ਨਦਰ ਉਪੱਠੀ ਜੇ ਕਰੇ ਸੁਲਤਾਨੋ ਘਾਓ, ਦਰ ਮੰਗਣ ਭਿੱਖ ਨਾ। ਜੇ ਕਿਤੇ ਆਪਣੀ ਨਿਗਾਹ ਪੁੱਠੀ ਕਰ ਲਵੇ ਤੇ ਉਹ ਇਦਾਂ ਦੀ ਗਲਤੀ ਕਰਾ ਦੇਵੇ, ਦਰ ਮੰਗਣ ਭਿੱਖ ਨਾ ਪਾਏਂਦਾ। ਤੂੰ ਭੀਖ ਮੰਗਣ ਜਾ ਰਿਹਾ, ਦਰਵਾਜ਼ੇ ਖੜਕਾ ਰਿਆਂ, ਲੋਕੀ ਦਰਵਾਜ਼ਾ ਬੰਦ ਹੀ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਪਏ ਆ। ਨਦਰ ਉਪੱਠੀ ਜੇ ਕਰੇ, ਇਹ ਉਹਦੀ ਬਖਸ਼ਿਸ਼ ਹੈ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਪੂਰਨ ਸਿੰਘ ਨਾਮ ਰੱਖਿਆ ਗਿਆ, ਅੰਮ੍ਰਿਤ ਛਕ ਲਿਆ। ਭਗਤ ਦੇ ਮੈਂ ਅਰਥ ਕਰ ਰਿਹਾ, ਮਤ ਹੁੰਦੀ ਹੋਏ ਇਆਣਾ। ਦੂਸਰਾ ਜੀ, ਤਾਨ ਹੁੰਦੇ ਹੋਏ ਨਿਤਾਣਾ। ਤੇਰੇ ਕੋਲ ਤਾਕਤ ਹੈ, ਤੇਰੇ ਕੋਲ ਫੌਜ ਹੈ, ਪਰ ਜਦੋਂ ਸਿੱਖਾ ਇੱਥੇ ਆਉਣਾ ਨਾ, ਇਹ ਜਿਹੜੀਆਂ ਤੇਰੀਆਂ ਚੌਧਰਾਂ, ਤੇਰੀਆਂ ਪ੍ਰਧਾਨਗੀਆਂ, ਤੇਰੀਆਂ MLA, ਤੇਰਾ ਸ਼ੈਮਐਲਏ ਜੋ ਵੀ ਲੱਗਾ, ਇਹਨੂੰ ਤੂੰ ਬਾਹਰ ਹੀ ਸੁੱਟ ਕੇ ਆ, ਇਹਨੂੰ ਨਹੀਂ ਚਾਹੀਦਾ। ਤਾਨ ਹੁੰਦੇ ਹੋਏ ਨਿਤਾਣਾ। ਤੇ ਮਹਾਰਾਜ ਕਹਿੰਦੇ ਅਨਹੁੰਦਾ ਆਪ ਵੰਡਾਏ ਤੀਜਾ ਗੁਣ। ਤੂੰ ਬੁਰਕੀ ਮੂੰਹ ਦੇ ਵਿੱਚ ਤੋੜ ਕੇ ਮੂੰਹ 'ਚ ਪਾਉਣ ਲੱਗਾ, ਤੇਰੇ ਬਾਹਰੋਂ ਆਵਾਜ਼ ਆ ਗਈ, ਸਿੱਖਾ ਮੈਂ 10 ਦਿਨ ਦਾ ਭੁੱਖਾ ਹਾਂ, ਤੇ ਤੂੰ ਅੰਦਰੋਂ ਆਵਾਜ਼ ਦੇ, ਤੂੰ ਬਾਹਰ ਕਿਉਂ ਖੜਾ, ਤੂੰ ਅੰਦਰ ਆ ਜਿਹੜੀ ਗਰਾਈ ਮੈਂ ਖਾਣ ਲੱਗਾ, ਇਹ ਤੂੰ ਛਕ ਲੈ। ਅਨਹੁੰਦਾ ਆਪ ਵੰਡਾਈ ਕੋਈ ਐਸਾ ਭਗਤ ਸਦਾਏ। ਫਿਰ ਦੁਬਾਰਾ ਭਗਤ ਦੇ ਗੁਣ ਕੀ ਹੈ? ਮਤ ਹੁੰਦੀ ਹੋਏ ਇਆਣਾ ਪਹਿਲਾ ਗੁਣ, ਤਾਣ ਹੁੰਦੇ ਹੋਏ ਨਿਤਾਣਾ, ਅਨਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਉਹਨਾਂ ਦੇ ਨਾਮ ਦੇ ਨਾਲ ਜਿਹੜਾ ਤਖੱਲਸ ਲੱਗ ਗਿਆ, ਭਗਤ ਪੂਰਨ ਸਿੰਘ। ਮੈਂ ਕੱਲ੍ਹ ਵੀ ਬੇਨਤੀ ਕੀਤੀ ਹੈ, ਜੇ ਮੈਂ ਆਪਣੇ ਨਾਲ ਦੇ ਨਾਲ ਬ੍ਰਹਮ ਗਿਆਨੀ ਲਾ ਲਵਾਂ, ਸੰਤ ਲਾ ਲਵਾਂ, ਤੇ ਤੁਹਾਡੇ ਚੋਂ ਅੱਧੀ ਸੰਗਤ ਜਿਹੜੀ ਮੈਨੂੰ ਪਿਆਰ ਕਰਨ ਵਾਲੀ ਕਹਿਣਾ ਠੀਕ ਹੈ, ਤੇ ਅੱਧੀ ਸੰਗਤ ਕਹਿਣਾ ਲੈ ਵੱਡਾ ਸੰਤ ਬਣਿਆ ਫਿਰ। ਇਟ ਮੀਨਸ ਕਿ ਮੇਰਾ ਵਿਰੋਧ ਸ਼ੁਰੂ ਹੋ ਗਿਆ। ਤੁਸੀਂ ਦੇਖੋ, ਪੂਰਨ ਸਿੰਘ ਦੇ ਨਾਲ ਭਗਤ ਸ਼ਬਦ ਲੱਗਾ, ਲੇਕਿਨ ਕਿਸੇ ਕੌਮ ਦੇ ਵਿੱਚੋਂ ਕਿਸੇ ਨੇ ਉਹਦਾ ਅੱਜ ਤੱਕ ਵਿਰੋਧ ਨਹੀਂ ਕੀਤਾ ਵੀ ਇਹਨੇ ਆਪਣੇ ਨਾਲ ਭਗਤ ਕਿਉਂ ਲਿਆ। ਕਿਤੇ ਸੁਣਿਆ ਮਹਾਰਾਜ? ਅਸੀਂ ਨਹੀਂ ਸੁਣਿਆ, ਕਿਤੇ ਨਹੀਂ ਸੁਣਿਆ, ਕਿਉਂਕਿ ਉਹ ਭਗਤ ਵੀ ਸੀਗੇ ਔਰ ਆਪਣੇ ਆਪ ਦੇ ਵਿੱਚ ਪੂਰਨ ਵੀ ਸੀਗੇ। ਪੂਰਨ ਮੈਨੇ ਆਪਣੇ ਆਪ 'ਚ ਪੂਰਾ, ਤੇ ਪੂਰਾ ਕਰਦਾ ਕੌਣ ਹੈ? ਪੂਰਾ ਜਿਹੜਾ ਹੁੰਦਾ, ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜੇ ਸੁਵਾਇਆ, ਨਾਨਕ ਹੋਤ ਨਾ ਘਾਟ। ਜਿਹੜਾ ਪੂਰਾ ਉਹ ਕਦੀ ਡੋਲਦਾ ਨਹੀਂ। ਉਹਦੇ ਫਿਰ ਕੋਲ ਕੋਈ ਆ ਜਾਵੇ, ਭੁੱਖਾ ਆਵੇ, ਪਿਆਸਾ ਆਵੇ, ਲੰਗੜਾ ਆਵੇ, ਲੂਲਾ ਆਵੇ, ਉਹਨੇ ਸੋਚ ਲਿਆ ਕਿ ਮੈਂ ਇਹਨਾਂ ਦੀ ਸੇਵਾ ਕਰਨੀ। ਅੱਗੇ ਚਲੀਏ। ਮਾਂ ਬਿਮਾਰ ਹੋ ਗਈ ਜੀ ਨਾ, ਮਾਂ ਤੋਂ ਪਹਿਲਾਂ ਬੱਚਾ ਬਿਮਾਰ ਹੋਇਆ। ਬੱਚਾ ਬਿਮਾਰ ਹੋਇਆ, ਮਾਂ ਨੇ ਫਿਰ ਅਰਦਾਸ ਕੀਤੀ ਹੈ, ਕਹਿੰਦੀ ਗੁਰੂ ਰਾਮਦਾਸ, ਇਹ ਤੇਰੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਦਾਤ ਤੂੰ ਮੇਰੀ ਝੋਲੀ 'ਚ ਪਾਈ ਹੈ, ਤੇ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ, ਗੁਰੂ ਰਾਮਦਾਸ ਇਹਨੂੰ ਠੀਕ ਕਰ, ਇਹਨੂੰ ਠੀਕ ਕਰ। ਇਹ ਠੀਕ ਹੋ ਕੇ ਇਹਨੇ ਤੇਰੇ ਹੀ ਬੱਚਿਆਂ ਦੀ ਸੇਵਾ ਕਰਨੀ ਹੈ, ਇਹਨੇ ਤੇਰੇ ਹੀ ਬੱਚਿਆਂ ਦੀ ਸੇਵਾ ਕਰਨੀ ਹੈ। ਉਸ ਤੋਂ ਬਾਅਦ ਬੱਚਾ ਠੀਕ ਹੋਇਆ। 1932 ਦੇ ਵਿੱਚ ਮਾਂ ਬਿਮਾਰ ਹੋ ਗਈ ਜੀ। ਮਾਂ ਤਕਰੀਬਨ 2.5 ਸਾਲ ਬਿਮਾਰ ਰਹੀ ਹੈ। 2.5 ਸਾਲ ਬਿਮਾਰ ਜਦੋਂ ਮਾਂ ਰਹੀ ਹੈ ਨਾ, ਤੇ ਮਾਂ ਨੇ ਅੱਜ ਪੂਰਨ ਸਿੰਘ ਨੂੰ ਆਵਾਜ਼ ਮਾਰੀ, ਕਹਿੰਦੇ ਭਗਤ ਪੁੱਤ ਮੇਰੀ ਗੱਲ ਸੁਣ। ਮਾਂ ਦੇ ਕੋਲ ਗਿਆ, ਮਾਂ ਨੂੰ ਕਹਿੰਦਾ, ਮਾਂ ਕਹਿੰਦੀ ਆ, ਪੁੱਤ ਜਦੋਂ ਮੈਂ ਰਾਤ ਨੂੰ ਸੌਂਦੀ ਆ ਨਾ, 3 ਬੱਚੇ ਮੇਰੇ ਆਲੇ ਦੁਆਲੇ ਆ ਕੇ ਮੇਰਾ ਗਲਾ ਘੁੱਟਦੇ। 3 ਬੱਚੇ ਮੇਰੇ ਆਲੇ ਦੁਆਲੇ ਆ ਕੇ ਮੇਰਾ ਗਲਾ ਘੁੱਟਦੇ ਆ। ਮਾਂ ਇਹਦਾ ਕੀ ਮਤਲਬ ਹੈ? ਫਿਰ ਉਹਨੇ ਮਾਂ ਨੇ ਸਾਰੀ ਗਾਥਾ ਜਿਹੜੀ ਸੁਣਾਈ, ਤੇਰੇ ਪਿਓ ਦੇ ਨਾਲ ਇਸ ਹਾਲਾਤਾਂ ਦੇ ਵਿੱਚ ਮੇਰਾ ਵਿਆਹ ਹੋਇਆ, ਆ ਮੇਰੇ ਹਾਲਾਤ ਬਣੇ ਹੈ। 3 ਬੱਚੇ ਉਹਨੇ ਇਸ ਰੂਹੇ ਜ਼ਮੀਨ ਤੇ ਆਉਣ ਤੋਂ ਪਹਿਲਾਂ ਉਹਨੇ ਉਹਨਾਂ ਨੂੰ ਮਾਰ ਦਿੱਤਾ, ਉਹਨਾਂ ਨੂੰ ਗਿਰਾ ਦਿੱਤਾ। ਮੈਂ ਤੈਨੂੰ ਰਾਮਦਾਸ ਦੇ ਕੋਲੋਂ ਲਿਆ, ਤੇ ਪੁੱਤ ਇੱਕ ਗੱਲ ਦਾ ਖਿਆਲ ਕਰੀ, ਮੈਨੂੰ ਨਹੀਂ ਪਤਾ ਉਹ 3 ਬੱਚੇ ਕੌਣ ਸਨ, ਉਹ ਲੜਕੇ ਸਨ ਜਾਂ ਲੜਕੀਆਂ ਸਨ, ਪਰੰਤੂ ਇੱਕ ਗੱਲ ਪੁੱਤ ਖਿਆਲ ਕਰੀ, ਮੇਰਾ ਸਮਾਂ ਲੱਗਦਾ ਨਜ਼ਦੀਕ ਆ ਗਿਆ। ਜਦੋਂ ਵੀ ਤੂੰ ਕੋਈ ਬੇਸਹਾਰਾ ਦੇਖੇ, ਜਦੋਂ ਵੀ ਕੋਈ ਤੂੰ ਲੰਗੜਾ ਦੇਖੇ, ਜਦੋਂ ਵੀ ਕੋਈ ਲੂਲਾ ਦੇਖੇ, ਉਹਨਾਂ ਚੋਂ ਬੇਟਾ ਆਪਣਾ ਭਰਾ ਤੇ ਆਪਣੀ ਭੈਣ ਦਾ ਰੂਪ ਜਾਣਨਾ। ਮੈਂ ਕਹਿੰਦਾ ਮਾਂ ਨੇ ਨਾ
ਭਗਤ ਪੂਰਨ ਸਿੰਘ ਦੀ ਜ਼ਿੰਦਗੀ ਦੀ ਘਾੜਤ ਜਿਹੜੀ ਹੈ ਨਾ ਉਹ ਘਾੜ ਦਿੱਤੀ ਸੀਗੀ। ਤੇ ਐਸੀ ਮਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਧੰਨ ਜਨੇਂਦੀ ਮਾਓ, ਉਹਦਾ ਸਫਲ ਹੈ ਜਾਣਾ। ਤੇ ਮੈਂ ਬੇਨਤੀ ਕਰਾਂ, ਆ ਜਿਹੜੇ ਬੱਚੇ ਤੁਹਾਡੇ ਆ ਨਾ, ਇਹ ਬੱਚੇ ਤੁਹਾਡੇ ਨਹੀਂ ਹੈਗੇ, ਇਹ ਕੌਮ ਦਾ ਭਵਿੱਖ ਹੈ। ਇਹ ਜਿਹੜੇ ਬੱਚੇ ਤੁਹਾਡੀ ਕੁੱਖ ਦੇ ਵਿੱਚ ਤੇ ਗੋਦੀਆਂ 'ਚ ਪਲ ਰਹੇ ਆ ਨਾ, ਜਿਨ੍ਹਾਂ ਤੁਸੀਂ ਪਾਲਣਾ ਕਰ ਰਹੇ ਹੋ, ਇਹ ਤੁਹਾਡੇ ਨਹੀਂ ਹੈ, ਇਹ ਕਲਗੀਆਂ ਵਾਲੇ ਦੇ ਹਨ, ਇਹ ਕੌਮ ਦਾ ਭਵਿੱਖ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹਨਾਂ ਬੱਚਿਆਂ ਨੂੰ ਜਦੋਂ ਸੀਨੇ ਨਾਲ ਲਵਾ ਕੇ ਦੁੱਧ ਤੇ ਪ੍ਰਸ਼ਾਦਾ ਛਕਾਉਂਦੀਆਂ ਨਾ, ਜਾਂ ਇਹਨਾਂ ਦੇ ਕੇਸ ਹਰੇ ਕਰਦੀਆਂ ਨਾ, ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਜਾਏ ਕਿ ਇੱਕ ਪਾਸੇ ਫੋਨ ਲਾਇਆ ਤੇ ਇੱਕ ਪਾਸੇ ਗੱਲਾਂ ਕੀਤੀਆਂ। ਨਹੀਂ, ਇਹਨਾਂ ਬੱਚਿਆਂ ਦੇ ਨਾਲ ਘੱਟੋ ਘੱਟ 1.5 ਘੰਟਾ ਇੱਕ ਮੰਜੇ ਤੇ ਬੈਠ ਕੇ ਇਹਨਾਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਇਆ ਕਰੋ। ਇਹਨਾਂ ਦੇ ਅੰਦਰ ਸਿੱਖੀ ਵਾੜੋ, ਇਹਨਾਂ ਦੇ ਅੰਦਰ ਪਿਆਰ ਵਾੜੋ, ਇਹਨਾਂ ਦੇ ਅੰਦਰ ਸਤਿਕਾਰ ਵਾੜੋ, ਇਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਵਾੜੋ। ਜੇ ਤੁਸੀਂ ਚਾਹੁੰਦੇ ਹੋ ਕਿ ਵਿਦੇਸ਼ਾਂ ਵਿੱਚ ਰਹਿ ਕੇ ਵੀ ਸਾਡੇ ਬੱਚੇ ਜਿਹੜੇ ਨਾ ਉਹ ਸਿੱਖੀ ਦੇ ਨਾਲ ਜੁੜੇ ਰਹਿਣ, ਵੈਸੇ ਵਿਦੇਸ਼ਾਂ ਵਿੱਚ ਮੈਂ ਬਹੁਤ ਜਾਣਾ, ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਮੈਂ ਦੇਖਦਾ ਬੜੀਆਂ ਬੜੀਆਂ ਰੂਹਾਂ ਜੀ ਪੰਜਾਬ 'ਚ ਨਹੀਂ ਮਿਲਦੀਆਂ। ਮੈਂ ਹੁਣੇ ਆਸਟ੍ਰੇਲੀਆ ਦੇ ਦੌਰੇ ਤੋਂ ਆਇਆ, ਇੱਥੇ ਆਉਣ ਤੋਂ ਪਹਿਲਾਂ 3 ਵਜੇ ਮੇਰੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ, ਅੰਮ੍ਰਿਤ ਵੇਲੇ ਜੀ, ਸਾਡੀ ਰਿਹਾਇਸ਼ ਸੀਗੀ। ਤੇ ਮੈਂ ਉੱਠਿਆ, ਉੱਠ ਕੇ ਥੋੜਾ ਬਾਥਰੂਮ ਜਾ ਕੇ ਥੋੜਾ ਮੂੰਹ ਤੇ ਪਾਣੀ ਮਾਰ ਕੇ ਮੈਂ ਕਿਹਾ ਦੇਖਾਂ ਭਲਾ ਕੌਣ ਹੈ। ਸਾਧ ਸੰਗਤ ਜੀ, 4-5 ਮੁੰਡੇ, ਜਵਾਨ ਮੁੰਡੇ, ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਦਰਵਾਜ਼ੇ ਤੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਦੇ। ਮੈਂ ਉਹਨਾਂ ਨੂੰ ਨਹੀਂ ਛੇੜਿਆ, ਮੈਂ ਉੱਥੋਂ ਵਾਪਸ ਆ ਗਿਆ। ਫਿਰ ਮੈਂ ਗ੍ਰੰਥੀ ਨਾਲ ਗੱਲ ਕੀਤੀ, ਮੈਂ ਕਿਹਾ ਭਾਈ ਸਾਹਿਬ ਜੀ ਆ, ਕਹਿੰਦੇ ਭਾਈ ਸਾਹਿਬ ਤੁਸੀਂ ਅੱਜ ਦੇਖਿਆ, ਇਹ ਬੱਚੇ ਕਹਿੰਦੇ ਉਹ ਰੂਹਾਂ ਹਨ ਜਿਹੜੀਆਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੱਥੇ ਆ ਰਹੀਆਂ। ਇੱਕ ਬੱਚੀ ਲੰਗਰ ਦੇ ਵਿੱਚ, ਉਹ ਵਿਆਹੀ ਹੈ ਦਿੱਲੀ ਦੀ ਬੱਚੀ, ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਗੁਰਦੁਆਰਾ ਕੀਜ਼ਬਰੋ ਸਾਹਿਬ ਉੱਥੇ ਆਪਣੇ ਮੈਲਬੌਰਨ ਦੇ ਵਿੱਚ, ਉਹ ਬੱਚੀ 3 ਵਜੇ ਆ ਕੇ ਮਹਾਰਾਜ ਜੀ ਲੰਗਰ ਤਿਆਰ ਕਰਦੀ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਧੀਏ ਤੂੰ ਕੰਮ ਤੇ ਨਹੀਂ ਜਾਨੀ? ਕਹਿੰਦੀ ਬਾਬਾ ਜੀ ਮੇਰਾ ਘਰ ਵਾਲਾ ਇੰਨੀ ਕਮਾਈ ਕਰਦਾ, ਉਹਨੇ ਮੈਨੂੰ ਖੁੱਲ੍ਹਾ ਛੱਡਿਆ ਹੋਇਆ ਕਿ ਮੈਂ ਕਮਾਈ ਕਰਨੀ ਆ, ਤੂੰ ਗੁਰਦੁਆਰੇ ਦੀ ਸੇਵਾ ਕਰਨੀ। 3 ਵਜੇ ਆਉਂਦੀ ਹੈ ਔਰ 9 ਵਜੇ ਲੰਗਰ ਪ੍ਰਸ਼ਾਦਾ ਸਾਡਾ ਪਕਾ ਕੇ ਪਾਠੀਆਂ ਦਾ ਸਾਰਿਆਂ ਦਾ, ਫਿਰ ਉਹ ਜਾਂਦੀ ਹੈ। ਕਮਾਲ ਦੀਆਂ ਰੂਹਾਂ, ਜਾਨੀ ਕਿ ਐਸੀ ਗੱਲ ਨਹੀਂ ਦੇਖਣ ਨੂੰ ਮਿਲਦੀਆਂ। ਚਲੋ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਇਹਨਾਂ ਬੱਚਿਆਂ ਦੀ ਆਪਾਂ ਵੱਧ ਤੋਂ ਵੱਧ ਜਿਹੜੀ ਹੈ ਉਹ ਸੰਭਾਲ ਕਰੀਏ। ਅੱਜ ਮਾਂ ਨੇ ਕਿਹਾ ਮੇਰਾ ਸਮਾਂ ਨਜ਼ਦੀਕ ਆ ਗਿਆ, ਮੈਂ ਚਲੇ ਜਾਣਾ ਪੁੱਤ, ਜੇਕਰ ਤੂੰ ਲੰਗੜਾ ਤੇ ਲੂਲਾ ਬੇਸਹਾਰਾ ਦੇਖੇ, ਉਹ ਜੋ ਆਪਣੀ ਭੈਣ ਤੇ ਆਪਣੇ ਭਰਾ ਦਾ ਰੂਪ ਮਾਂ ਚੜਾਈ ਕਰ ਗਈ। ਮਾਂ ਚੜਾਈ ਕਰਨ ਤੋਂ ਬਾਅਦ ਉੱਥੇ ਅੰਮ੍ਰਿਤ ਸੰਚਾਰ ਹੋਇਆ, ਸਮਾਗਮ ਹੋਇਆ, ਤੇ ਸਮਾਗਮ ਦੇ ਵਿੱਚ ਕੀ ਦੇਖਿਆ? ਭਾਈ ਸਾਹਿਬ ਭਾਈ ਗੁਰਮੁਖ ਸਿੰਘ ਨੇ ਇੱਕ ਬੱਚਾ ਦੇਖਿਆ, ਜਿਹੜੀ ਉਹਦੀ ਮਾਂ ਨਾ ਉਸ ਬੱਚੇ ਨੂੰ ਗੁਰਦੁਆਰੇ ਦੀ ਦਹਲੀਜ਼ ਤੇ ਛੱਡ ਕੇ ਤੇ ਆਪ ਜਾ ਚੁੱਕੀ ਹੈ। ਉਹ ਬੱਚਾ ਸੀ ਲੰਗੜਾ ਤੇ ਲੂਲਾ। ਹੁਣ ਜਿਹੜਾ ਵੀ ਆ ਰਿਹਾ, ਕੋਈ ਉਹ ਬੱਚੇ ਦੇ ਮੂੰਹ 'ਚ ਪ੍ਰਸ਼ਾਦ ਪਾਈ ਜਾਵੇ, ਕੋਈ ਉਹ ਬੱਚੇ ਦੇ ਮੂੰਹ 'ਚ ਦੁੱਧ ਪਾ ਦੇ, ਕਿਸੇ ਨੇ ਗਰਾਈ ਪਾਤੀ, ਖਾ ਖਾ ਕੇ ਬੱਚਾ ਸ਼ਾਮ ਤੱਕ ਬਿਮਾਰ ਹੋ ਗਿਆ ਤੇ ਉਸ ਬੱਚੇ ਨੂੰ ਦਸਤ ਲੱਗ ਗਈ। ਦਸਤ ਸਮਝਦੇ ਹੋ ਨਾ, ਉਹ ਬੱਚੇ ਦੇ ਕੱਪੜੇ ਲਿਬੜ ਗਏ। ਜਾਨੀ ਕਿ ਉੱਥੋਂ ਫਿਰ ਜਦੋਂ ਉਹ ਬੱਚਾ ਰੋ ਰਿਹਾ, ਕਿਸੇ ਨੇ ਭਾਈ ਗੁਰਮੁਖ ਸਿੰਘ ਨੂੰ ਕਿਹਾ, ਕਹਿੰਦੇ ਭਾਈ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਬੱਚਾ ਸਵੇਰ ਦਾ ਰੋ ਰਿਹਾ। ਗੁਰਮੁਖ ਸਿੰਘ ਨੇ ਆਵਾਜ਼ ਮਾਰੀ, ਪੂਰਨ ਸਿਆ ਆ ਫਿਰ ਤੇਰੀ ਨਵੀਂ ਸ਼ੁਰੂਆਤ ਕਰੀਏ। ਉਹ ਬੱਚੇ ਨੂੰ ਚੱਕਿਆ, ਪੂਰਨ ਸਿੰਘ ਨੇ ਬੱਚੇ ਨੂੰ ਸਾਫ਼ ਕੀਤਾ, ਬੱਚੇ ਨੂੰ ਦਵਾ ਦਾਰੂ ਕੀਤੀ ਤੇ ਉਸ ਬੱਚੇ ਦਾ ਨਾਮ ਰੱਖਿਆ ਗਿਆ ਪਿਆਰਾ ਸਿੰਘ। ਪਹਿਲਾ ਬੱਚਾ ਸੀਗਾ ਇਹ। ਉਹ ਪਿਆਰਾ ਸਿੰਘ ਨੂੰ ਫਿਰ ਭਗਤ ਪੂਰਨ ਸਿੰਘ ਨੇ 1934 ਤੋਂ ਲੈ ਕੇ 47 ਤੱਕ 4-5 ਸਾਲ ਦੀ ਉਮਰ ਉਸ ਬੱਚੇ ਨੂੰ ਆਪਣੇ ਮੋਢਿਆਂ ਤੇ ਉਹਨੇ ਜਿਹੜਾ ਸਰ ਕਿਹਾ, ਕਿਉਂਕਿ ਬੱਚਾ ਲੂਲਾ ਸੀਗਾ, ਲੰਗੜਾ ਸੀ, ਬੱਚਾ ਨਹੀਂ ਸੀ ਚੱਲ ਸਕਦਾ। 1947 ਦੇ ਵਿੱਚ ਵੰਡ ਹੋਈ ਹੈ, ਵੰਡ ਦੇ ਵਿੱਚ ਪੰਜਾਬ ਧਰਤੀ ਤੇ ਆਏ ਹੈ। 18 ਅਗਸਤ ਨੂੰ ਲਾਹੌਰ ਤੇ ਜਿਹੜੇ ਬਾਰਡਰ ਹੈ ਉੱਥੇ ਰਿਫਿਊਜੀ ਕੈਂਪ ਲੱਗਾ, ਜਿਹੜੇ ਪਾਕਿਸਤਾਨ ਤੋਂ ਜਾਣ ਵਾਲੇ ਆਉਣ ਵਾਲੇ, ਉਸ ਰਿਫਿਊਜੀ ਕੈਂਪ ਵਿੱਚ ਭਗਤ ਪੂਰਨ ਸਿੰਘ ਨੇ ਉਸ ਬੱਚੇ ਨੂੰ ਮੋਢਿਆਂ ਤੇ ਚੱਕ ਕੇ ਸੇਵਾ ਕੀਤੀ ਹੈ। ਸਾਰਿਆਂ ਨੇ ਸੇਵਾ ਕੀਤੀ। ਉੱਥੋਂ ਉਹਨੂੰ 4-5 ਬੱਚੇ ਹੋਰ, ਮੇਰੇ ਬੱਚਿਆਂ ਦੀ ਗਿਣਤੀ 7-8 ਹੋ ਗਈ। ਉਹਨਾਂ ਨੂੰ ਫਿਰ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਇਆ, ਗੁਰੂ ਰਾਮਦਾਸ ਦੀ ਧਰਤੀ ਤੇ ਆਇਆ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕੀ ਕੀਤੀ ਹੈ? ਕਹਿੰਦੇ ਮਹਾਰਾਜ ਮੈਂ ਪਾਟੇ ਪੁਰਾਣੇ ਕੱਪੜੇ ਪਾ ਲਵਾਂਗਾ, ਪਰ ਮੈਨੂੰ ਸਮਰੱਥਾ ਦੇ, ਇਹ ਬੱਚਿਆਂ ਨੂੰ ਪਾਟੇ ਪੁਰਾਣੇ ਕੱਪੜੇ ਮੈਂ ਨਹੀਂ ਉਹ ਪਾਉਣ ਦੇਣੇ।
मैं भुखा रात नूं सौ सकदा, परंतु इन्नी समर्था दे कि ये बच्चे रात नूं भुखे ना सौण। मैं नीली छत दे थल्ले समा कढ़ सकदा, मीह आवे हनेरी आवे उत्थे मैं सौ सकदा, पर इन्नी समर्था दे कि इन्हां बच्चियां दे वास्ते कोई छत तैयार। परमात्मा दा ऐसा भाणा वरतिया, उथों ही फिर माना वाला पिंड दी जिहड़ी जमीन सी थोड़ी जी मिलदियां मिलदियां नाम रखिया पिंगलवाड़ा। साध संगत जी, मैं आखिरी बेनती करके संपता वाल आवां, जदों भी गुरु रामदास दे द्वारे ते जांदे हो मत्था टेक के एक बार माना वाला जरूर जाया करो। असली जिंदगी उत्थे है। एक तुसी नाम सुनिया मदर टेरेसा दा, उहदे पिछे बड़ी वड्डी ताकत है। दूसरी गल, उन्होंने मदर टेरेसा मां उन्होंने यह मन्निया ईसाइयां ने, लेकिन उन्हें भी गरीबां की सेवा की। बड़े ध्यान नाल सुनियो, लेकिन उन्हें उन्हां गरीबां की सेवा की है जेड़े गरीब ईसाई धर्म विच हैगे है। लेकिन भगत पूरन सिंह ने उन्हां दी सेवा की है जिन्हों गुरु ग्रंथ साहब जी कहते हैं उपदेश चौं वरना कहो। इत्थे कोई आवे साध संगत जी, उत्थे मुसलमान बच्चे भी हैं, उत्थे हिंदू बच्चे भी हैं, उत्थे सिख भी हैं ते उत्थे ईसाई भी हैं। क्योंकि सिख कौम दे विच, सिख धर्म दे विच हर एक नूं जिहड़ा अपने सीने दे नाल लाया, वो मदर टेरेसा नूं उन्हां ने कित्थे तक पहुंचा दिता। ते असी अपने हालात देखिए, असी कित्थे तक पहुंचे हैं। भगत पूरन सिंह लोकां दे घरां चों भीख मंग के, कपड़े मंग के उन्हें इन्हां बच्चियां दी पालना की है। चलो अज बड़ी बख्शिश हो गई है उत्थे अस्थान ते। उस तो बाद मैं 4-5 साल पहला गया ते उत्थे एक अमेरिकन लड़की फिजियोथैरापिस्ट गोरी आई ते उन्हें चलो अंग्रेजी में मेरे नाल गल्लां कीतियां। मैं तुहानूं उहदा दसदा तर्जमा। मैं कहा तूं इत्थे आई, पता मैनूं की कहंदी है? कहंदी मैं 1 साल विच 2 वारी इत्थे आउणी, 2 महीने वास्ते आउणी है। 2 महीनिਆਂ ਦੇ ਵਿੱਚ ਮੈਨੂੰ 10 ਮਹੀਨਿਆਂ ਦੀ ਊਰਜਾ ਮਿਲ ਜਾਂਦੀ है, ताकत मिल जाती है जीन दी। हर साल मैं कहंदी इत्थे आउणी है ते वो बच्चे जिन्हां दियां मूँह चों लाला चुंदियां, ਜਿਹੜੇ बच्चे अपना आप नहीं संभाल सकते, उन्होंने वो जी डॉक्टर हैगी है फिजियोथैरापिस्ट जी है वो उन्होंने आके सेवा करती है। गोरी की गल की, वैसे उत्थे अपने ते बहुत जड़े है सेवा करते हैं। जदों भी तुसी उत्थे जाओ थोड़ा बहुता उन्होंने बच्चों वास्ते कुछ ना कुछ खाण वास्ते, कुछ ना कुछ अपना दसवंध जिहड़ा वो तुसी उन्होंने जा करके दो जदों भी तुसी जांदे हो। इतनियां को बेनतियां साध संगत जी प्रवान करनियां, होइयां भुल्लां चुकां खिमा करनियां। 2 खंभां नूं हमेशा याद करियो, सेवा ते सिमरन। जिन्हों गुरु अर्जन देव जी कहते खंभ विकंदड़े जे लहां, घिन्ना सावी तोल, तन जड़ाई अपने लहां सु सज्जन टोल। वो किहड़ा सज्जन? सज्जन सच्चा पातशाह सिर साहां दे, जिस पास बैठिया सोही है सबना दा वेसा। इन्नियां को बेनतियां प्रवान करनियां। कल तो दास ने